माय डियर स्टूडेंट, सब तो पहला तो बेटा वार्म वेलकम। जिवें कि आपां नूं पता है कि समर कैंप तो अपना खत्म हो गया सी, ਤਾਂ मैम बारे ਜਿਹੜੇ ਆਪਾਂ ਅੱਜ ਆਪਣੇ ਵਿੱਚ ਗੈਸਟ ਹੈ ਇਹਨਾਂ ਬਾਰੇ ਮੇਰੇ ਇੱਕਦਮ ਕੱਲ ਮਾਈਂਡ 'ਚ ਆਇਆ ਕਿ ਆਪਾਂ ਕਿਉਂ ਨਾ ਇਹਨਾਂ ਦਾ ਇੱਕ ਸਪੈਸ਼ਲ ਲੈਕਚਰ ਕਰਵਾਇਆ ਜਾਏ। ਐਕਚੁਅਲੀ ਇਹਨਾਂ ਦਾ ਸ਼ਡਿਊਲ ਬਹੁਤ ਬਿਜ਼ੀ ਹੁੰਦਾ ਬੇਟੇ। ਇਹ ਬੇਸਿਕਲੀ ਇਹਨਾਂ ਦਾ ਨਾਮ ਹੈ ਸ਼ਾਲਿਨੀ। ਇਹ ਮਹਿੰਦੀ ਆਰਟਿਸਟ ਨਹੀਂ, ਇਹ ਐਕਚੁਅਲੀ ਸੈਲੀਬ੍ਰਿਟੀ ਮਹਿੰਦੀ ਆਰਟਿਸਟ ਹੈ। ਕੀ ਫਰਕ ਹੈ ਦੋਨਾਂ ਵਿੱਚ? ਸੈਲੀਬ੍ਰਿਟੀ ਮਹਿੰਦੀ ਆਰਟਿਸਟ ਮੀਨ पहला लिंक तो पे मेहंदी क्लिक होती है जेडी सिंपल पे ਆਪਾਂ क्लिक करेंगे ज्योति अपने माइक्स नु म्यूट कर लो बेटा। क्लिक करेंगे ना अपने आप से वो आपका नाम भर दियो। Everyone except the teachers, please mute their mic. ओके करके तेरी क्लास लग दूंगी। बेटा म्यूट करो। सुरेशा मैम दोबारा तुसी अनम्यूट कर लिया जो। सुरेशा मैम तुसी अनम्यूट हाँ जी कर बेटे। लीजिए। हाँ जी हाँ जी सर। देखो बेटे ये हैगे है मैम शालिनी और एक सैलीब्रिटी मेहंदी आर्टिस्ट है। सैलीब्रिटी मेहंदी आर्टिस्ट कौन हुंदे है? जिवें हुण इन्हां दी जिहड़ा इन्हां दा रेजिडेंस है वो दिल्ली विच है, तां बहुत अच्छियां फैमिलीज, हाई क्लास फैमिलीज जिन्हां नूं मेहंदी जिवें लगवानी है तां वो मैम नूं अप्रोच करदे हैं, इन्हां तों अपॉइंटमेंट लैनी पैंदी है। इन्हां दी प्रॉपर एक टीम बनी हुई है ਜਿਹੜਾ ਕਿ ਇਹਨਾਂ ਦਾ ਟੀਮ ਵਰਕ ਹੈ, ਮੈਮ ਉਹਨੂੰ ਲੀਡ ਕਰਦੇ ਹੈ। ਤਾਂ ਇਹਨਾਂ ਦਾ ਪ੍ਰੋਫੈਸ਼ਨਲ ਇੱਕ ਬਹੁਤ ਵਧੀਆ ਗਰੁੱਪ ਹੈ। ਆਪਣੇ ਮਾਈਂਡ 'ਚ ਜੋ ਹੈ ਆਪਾਂ ਇਹ ਸੋਚਦੇ ਹਾਂ ਕਿ ਮਹਿੰਦੀ ਲਗਾਣੀ ਮੀਨਸ ਕਿ ਇੱਥੇ ਜਿਵੇਂ ਆਪਾਂ ਦੇਖਦੇ ਹਾਂ ਕੋਈ ਆਪਣੇ ਮਾਰਕੀਟ ਦੇ ਵਿੱਚ ਬੈਠੇ ਆ ਲੜਕੇ ਕਿ ਗਏ ਤੇ ਆਪਾਂ ਮਹਿੰਦੀ ਲਗਵਾ ਕੇ ਆ ਗਏ, ਬਟ ਤੁਹਾਨੂੰ ਅੱਜ ਦੇ ਸੈਸ਼ਨ ਤੋਂ ਬਾਅਦ ਸਮਝ ਆਏਗੀ सुरेशा मैम शायद डीलिंग का थोड़ा कुछ इशू है, नेटवर्क प्रॉब्लम समथिंग। चलो मीनवाइल बेटा जब तक मेरी आवाज तो आ रही है सबनों, एक जना दसोगे? ओके 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 माइक्स नो म्यूट, ठीक है बेटा। चलो मैं दसदा, मेरे स्टूडेंट रहे ने मैडम शालिनी। काफी दिनों तो मैनू ध्यान च नहीं सी भी ये कित्थे अजकल ने। मैम सुरेश्टा दे कॉन्टैक्ट विच जदों ये आए ते सानू पता चलिया कि शी इज डूइंग इन दिस फील्ड वेरी वेल। ਅਸੀਂ ਸੋਚਿਆ ਵੀ ਤੁਸੀਂ ਵੀ ਸਾਡੇ ਸਟੂਡੈਂਟ ਹੋ ਤਾਂ ਕਿਉਂ ਨਾ ਜਿਵੇਂ ਆਪਾਂ ਇੱਕ ਦੀਪਕ ਤੋਂ ਦੂਸਰੇ ਦੀਪਕ ਨੂੰ ਜਲਾ ਲੈਂਦੇ ਆ, ਹੈਨਾ। ਦੀਵਾਲੀ ਤੇ ਇਦਾਂ ਹੀ ਕਰਦੇ ਆ ਨਾ, ਬਹੁਤ ਸਾਰੇ ਲਾਈਟਸ ਆਪਾਂ ਕਰਨੀਆਂ ਹੁੰਦੀਆਂ ਤਾਂ ਆਪਾਂ ਇੱਕ ਨਾਲ ਹੀ ਕਿੰਨੀਆਂ ਲਾਈਟਸ ਜਲਾ ਸਕਦੇ ਆ। ਤਾਂ ਸੇਮ ਅੱਜ ਇੱਥੇ ਇਸ ਸਿਸਟਮ ਨੂੰ ਚਲਾਉਣ ਦਾ ਸਿਰਫ ਇੱਕੋ ਹੀ ਪਰਪਸ ਹੈ ਵੀ ਤੁਸੀਂ ਲੋਕ ਵੀ ਕੁਝ ਸਿੱਖ ਸਕੋ। ਦੇਖੋ ਆਪਣੀ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਨੇ IITs ਹੀ ਕਰਨੀ ਹੈ या हर एक ने MBBS करके डॉक्टर ही बनना है अपनी लाइफ विच। यू शुड बी सक्सेसफुल, ठीक है। ਆਪਾਂ सक्सेस ਲੈਣੀ ਹੈ, फील्ड कोई भी हो सकता है, देयर आर मिलियंस ऑफ फील्ड्स इन आवर लाइफ, ठीक है। बड़ियां सारियां फील्ड्स ने, ਉਹਨਾਂ ਚ ਆਪਾਂ ਵਧੀਆ ਪਰਫਾਰਮ ਕਰ ਸਕਦੇ ਹਾਂ। ਸਾਡੀ ਕੋਸ਼ਿਸ਼ ਇਹੀ ਸੀ ਅੱਜ ਤੁਹਾਨੂੰ ਇੱਥੇ ਬੁਲਾਉਣ ਦੀ ਵੀ ਤੁਸੀਂ ਗਰਲਸ ਹੋ ਔਰ ਤੁਹਾਡੀ ਟੇਸਟ ਦਾ ਇਹ ਸਬਜੈਕਟ ਵੀ ਹੈ, ਠੀਕ ਹੈ। और चलो जे आप प्रोफेशनली नहीं करते तो आप खुद ਲਈ बड़ा कुछ ਇਹਦੇ ਸਿੱਖ ਸਕਦੇ ਆ ਵੀ ਆਪਾਂ ਨੂੰ ਖੁਦ ਨੂੰ ਇਹ ਚੀਜ਼ਾਂ ਦੀ ਲੋੜ ਪੈਂਦੀ ਹੈ, ਹਨਾ। ਜਦੋਂ ਵੀ ਆਪਣੇ ਘਰ ਕੋਈ ਫੰਕਸ਼ਨ ਹੈ, ਕੋਈ ਡੇ ਆਪਾਂ ਸੈਲੀਬ੍ਰੇਟ ਕਰ ਰਹੇ ਆ, ਉਦੋਂ ਆਪਾਂ ਇਹ ਚੀਜ਼ਾਂ ਬਾਹਰੋਂ ਵੀ ਆਪਾਂ ਕਰਵਾਉਂਦੇ ਆ। ਤਾਂ ਅਸੀਂ ਚਾਹੁੰਦੇ ਸੀ ਤੁਸੀਂ ਕੁਝ ਸਿੱਖੋ, ਠੀਕ ਹੈ। ਇਸ ਲਈ ਮੈਂ ਅੱਜ ਅਸੀਂ ਸੁਰੇਸ਼ਾ ਮੈਮ ਨੇ ਸਪੈਸ਼ਲ ਇਹਦੇ ਲਈ ਬੜੀਆਂ ਐਫਰਟਸ ਕੀਤੀਆਂ, ਇਹਨਾਂ ਤੋਂ ਸਪੈਸ਼ਲ ਟਾਈਮ ਲਿਆ ਕਿਉਂਕਿ ਇਹਨਾਂ ਕੋਲ ਟਾਈਮ ਬੜਾ ਲਿਮਿਟਿਡ ਹੁੰਦਾ ਹੈ। ਤਾਂ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ, मैं ਹੁਣ रिक्वेस्ट करूंगा शालिनी ਨੂੰ ਹੀ ਕਿ ਉਹ ਪਲੀਜ਼ ਆ ਕੇ ਤੁਹਾਡੇ ਨਾਲ ਇੰਟਰੈਕਟ ਕਰਨਗੇ ਤੇ ਤੁਸੀਂ ਸੁਣੋਗੇ ਬੇਟਾ, ਔਰ ਜੇ ਕੋਈ ਕੁਐਸਚਨ ਹੋਊਗਾ ਤਾਂ ਆਪਾਂ ਬਾਅਦ ਵਿੱਚ ਡਿਸਕਸ ਕਰਦੇ ਹਾਂ ਤੁਹਾਡਾ, ਠੀਕ ਹੈ। ਥੈਂਕ ਯੂ शालिनी, प्लीज। यस सर। बाकी बेटा हरमनदीप कौन है बेटा, ਤੁਹਾਡਾ ਮਾਈਕ ਆਫ ਕਰੋ। हरमनदीप 6C ਕੱਲ ਵੀ ਤੁਹਾਡਾ ਮਾਈਕ ਔਨ ਰਿਹਾ, ਮਾਈਕ ਆਫ ਕਰੋ ਪਲੀਜ਼, ਨਹੀਂ ਤਾਂ ਮੈਂ ਰਿਮੂਵ ਕਰ ਦੇਣਾ। शालिनी प्लीज। हेलो मैम, मैम ਤੁਹਾਡਾ माइक बंद है मैम आपका।
या बहुत बहुत धन्यवाद सारिਆਂ ਹਾਂਜੀ now is it audible ਹਾਂਜੀ ਹਾਂਜੀ so I was saying thank you ਸਾਰੇ ਬੱਚਿਆਂ ਨੂੰ ਮੈਨੂੰ ਜੁਆਇਨ ਕਰਨ ਲਈ ਥੈਂਕ ਯੂ ਸੋ ਮਚ ਮੇਰੇ ਟੀਚਰਸ ਮੇਰੇ ਸੀਨੀਅਰਸ ਸੁਰੇਸ਼ਾ ਮੈਮ ਦਿਲ ਸਰ तो मैं अपने बारे ही दसना चाहूंगी कि मैं रोड तो हाँ नॉर्मल वही छोटा जा शहर 10th की थी DAV स्कूल तो then +2 from GTB स्कूल and आर्ट्स ਦਾ ਮੇਰਾ ਰਿਹਾ सब्जेक्ट and और in ਦੇ ਵਿੱਚ then मैं ग्रेजुएशन ਕੀਤੀ DAV ਕਾਲਜ ਤੋਂ then ਮੈਂ ਆਪਦੀ ਸਟਰੀਮ ਜੋ ਚੇਂਜ ਕੀਤੀ ਉਹ ਮੈਂ ਕੀਤੀ ਕਾਲਜ ਤੋਂ ਕੰਪਿਊਟਰਸ ਵਿੱਚ PGDCA ਕੀਤੀ then MSc I completed in 2008 कंप्लीट करके मैं बहुत अच्छी सी आर्ट एंड क्राफ्ट ਵਿੱਚ ਸੁਨੀਲ ਸਰ ਸ੍ਰਿਸ਼ਟਾ ਮੈਮ ਸਭ ਜਾਣਦੇ ਨੇ ਸਟੱਡੀਜ਼ ਵਿੱਚ ਥੋੜਾ ਜਿਹਾ ਮੇਰਾ ਹੱਥ ਤੰਗ ਸੀ ਮਤਲਬ ਐਸ ਸੱਚ ਇਹ ਨਹੀਂ ਕਿ ਬਹੁਤ ਲੋਕ ਸੀ ਹਿੰਦੀ ਪੰਜਾਬੀ ਇਹ ਸਬਜੈਕਟਸ ਬੜੇ ਫੇਵਰੇਟ ਹੁੰਦੇ ਸੀ ਬਟ ਸਾਇੰਸ ਮੈਥ ਵਿੱਚ ਥੋੜਾ ਜਿਹਾ ਔਖਾ ਹੋਇਆ ਹੁੰਦਾ ਸਿਸਟਮ तो बाकी मेहंदी एक ऐसी चीज है मैं मक्कड़ मैम का बड़ा थैंक यू कहना चाहूंगी वो बहुत एनकरेज करते सी बहुत ही उन्होंने सपोर्ट किया टाइम टू टाइम कॉम्पीटिशनस करवाते रहंदे सी मैनू फर्स्ट प्राइज मिले मैं उन्होंने हत्थां ते ही मेहंदी लगाई सी उन्होंने तो फर्स्ट प्राइज मिलिया एंड मैनू नहीं पता सी मैं इस प्रोफेशन नू कदे पैशन नू एज अ प्रोफेशन ले आऊंगी मैनू मैं कदे सोचिया नहीं सी पर परमात्मा जो चाहता है वही हुंदा है मैं मेरी कोई स्ट्रेटेजी नहीं सी जिवें पेरेंट्स मैं बहुत अच्छे फैमिली तो बिलोंग करदी हां पापा मम्मा ऑलवेज से कि कुछ करो पढ़ो बनो इन्हां कम्मां कारां च की पिया मैं भी ओही कीता चलो ठीक है जी मम्मा पढ़ लैने आ तां उन्हां दी कहण ते MSc कीती कंप्यूटर साइंस ते फिर मैं काफी जॉब भी कीती और साइड बाय साइड मैं मेहंदी भी लगाई मतलब ਜਦੋਂ ਮੈਨੂੰ ਮੌਕਾ ਮਿਲਦਾ ਸੀ ਜਿਵੇਂ ਟੀਚਰਸ ਮੇਰੇ ਹੁੰਦੇ ਸੀ ਉਹਨਾਂ ਨੂੰ ਸਭ ਨੂੰ ਪਤਾ ਸੀ ਕਿ ਮਹਿੰਦੀ ਲਗਾ ਲੈਂਦੀ ਹੈ ਉਸ ਟਾਈਮ ਬੱਚੇ ਆਪਣੇ ਸ਼ਹਿਰ 'ਚ ਨਾ ਅਮਲੋਟ 'ਚ ਆ ਲੜਕੇ ਨਹੀਂ ਬੈਠਦੇ ਸੀ ਸੜਕਾਂ ਤੇ ਮੈਂ ਸੀ ਇੱਕ ਕਨਿਕਾ ਨਾਮ ਦੀ ਸੀਨੀਅਰ ਹੁੰਦੀ ਸੀ ਉਹ ਵੀ ਮਹਿੰਦੀ ਲਗਾ ਲੈਂਦੀ ਸੀ ਕੁਝ ਬਹੁਤ ਅੱਛੇ ਘਰ ਦੀਆਂ ਲੜਕੀਆਂ ਹੁੰਦੀਆਂ ਸੀ ਉਹਨਾਂ ਦੇ ਹੱਥ 'ਚ ਆਰਟ ਸੀ ਸੋ ਇਹੀ ਲੋਕ ਮਹਿੰਦੀ ਲਗਾਉਂਦੇ ਸੀ ਉਥੋਂ ਹੌਲੀ ਹੌਲੀ ਇਹ ਚੀਜ਼ ਇੰਨੀ ਕੁ ਐਨਕਰੇਜਿੰਗ ਹੋ ਗਈ ਕਿ ਮੇਰਾ मतलब मैनू अच्छे लोग पे भी करन लग गए ये नहीं कि पे कर रहे मेरा काफी इंटरेस्ट भी बन गया कि मैनू मेरी मतलब मैनू घर तो भी पैसे नहीं मंगने आंदे सी छोटी छोटी चीज़ां च मैनू अच्छा लगन लग गया कि मैं इंडिपेंडेंट होना शुरू हो गई then मैनू पर प्राइमरी मेरा यही रहा कि मैं अपनी MSc वाल ध्यान देवां मैं अपनी पढ़ाई वाल ध्यान देवां जदों कदे टाइम मिलदा सी I try to do this मेहंदी कि चलो मेरी फ्रेंड ਦਾ ਵਿਆਹ ਹੈ ਚਲੋ ਕਰ ਦਿੱਤਾ ਟਾਈਪਸ ਕਿਸੇ ਦਾ ਹੈਲਪ ਹੈ ਤਾਂ ਉਹ ਵੀ ਕਰ ਦਿੱਤਾ ਇਸ ਤਰ੍ਹਾਂ ਮੈਂ ਕਰ ਦਿੰਦੀ ਸੀ ਨਾਓ ਕਮਿੰਗ ਟੂ ਦੀ ਪੁਆਇੰਟ ਕਿ ਇਸ ਚੀਜ਼ ਨੂੰ ਮੈਂ ਆਪਣੇ ਪ੍ਰੋਫੈਸ਼ਨ 'ਚ ਕਿਵੇਂ ਲੈ ਕੇ ਆਈ ਔਰ ਟਰਨਿੰਗ ਪੁਆਇੰਟ ਕਿਵੇਂ ਆਇਆ ਮੇਰੀ ਲਾਈਫ ਦਾ 2008 ਵਿੱਚ ਮੈਂ ਆਪਣੀ MSc ਜਦੋਂ ਕੀਤੀ ਉਸ ਤੋਂ ਬਾਅਦ ਆਈ ਵੈਂਟ ਟੂ ਗੁੜਗਾਉਂ ਮੈਂ ਗੁੜਗਾਉਂ ਚਲੀ ਗਈ ਉੱਥੇ ਜਾ ਕੇ ਮਲਟੀਨੈਸ਼ਨਲਸ ਮੈਂ ਜੌਬ ਕੀਤੀ ਘੱਟੋ ਘੱਟ 8 ਸਾਲ बहुत ही अच्छी कंपनीज जॉब की थी 8 साल और बहुत ही अच्छे लेवल ते मैं बड़ा ही काम सीखिया कंप्यूटर च एक्सपर्ट हो गई ऑफिशियल लेवल ते डॉक्टर्स नाल भी काम कीता मैदानता दा मेडिसिटी विच डॉक्टर त्रेहान नाल काम कीता पूरी टीम संभालदी सी लिवर ट्रांसप्लांट दी मैं उन्हां दा सारा काम देखदी सी सो मैं कहना इसलिए चाह रही हूं कि पढ़ाई दे नाल मतलब मेहंदी ठीक सी बट पढ़ाई ने जो कंट्रीब्यूशन कीता ना इट वॉज ग्रेट और 8 साल दे बाद मैं काम किया मल्टीनैशनल्स तो बाद मेरे पेरेंट्स ने मैनू कहा कि तेरा ब्याह करना है घर आ जा वापस मैनू घर आना पिया 2015 विच और 2008 तो गुड़गांव तो दा सफर 2015 च आके खत्म हो गया then I came back and got married मेरा ब्याह हो गया मैं हरियाणा विच मैरिड हाँ फतेहाबाद शहर है और फिर उथों दी लाइफ दा जो टर्निंग पॉइंट ये आया कि बच्चा मल्टीनैशनल्स ना रूल है कि जदों तुहाडे जॉब विच एक ब्रेकअप आ जाए ना कुछ महीनों दा
ਤਾਂ nobody going to give you the job on that position, ਜਿਸ ਪੋਜੀਸ਼ਨ ਤੇ ਤੁਸੀਂ ਕੰਮ ਕਰ ਰਹੇ ਸੀ ਜਾਂ ਜਿਸ ਪੋਜੀਸ਼ਨ ਦਾ ਤੁਸੀਂ ਸਕੇਲ ਲੈ ਰਹੇ ਸੀ, ਸੈਲਰੀ ਲੈ ਰਹੇ ਸੀ, ਕੋਈ ਵੀ ਤੁਹਾਨੂੰ ਮਤਲਬ ਅਪਣਾਉਣ ਨੂੰ ਤਿਆਰ ਨਹੀਂ ਹੁੰਦਾ ਦੁਆਰਾ ਜਲਦੀ। ਇਹ ਥੋੜੇ ਜਿਹੇ ਪੋਲਿਟਿਕਸ ਹੈ ਮਲਟੀਨੈਸ਼ਨਲਸ ਦੀ। ਸੋ ਮੈਨੂੰ ਬੜਾ ਔਡ ਲੱਗਦਾ ਸੀ ਕਿ ਮੈਂ ਇੰਨਾ ਪੜ੍ਹ ਲਿਖ ਕੇ ਇੰਨੇ ਅੱਛੇ ਪੋਜੀਸ਼ਨ ਤੇ ਕੰਮ ਕਰਕੇ ਹੁਣ ਮੈਂ ਛੋਟੇ ਲੈਵਲ ਦੀ ਜੌਬ ਕਿਉਂ ਕਰਾਂ, ਜਾਂ ਮੈਂ ਇੰਨੀ ਘੱਟ ਸੈਲਰੀ ਤੇ ਕੰਮ ਕਿਉਂ ਕਰਾਂ। ਮੈਂ ਤਾਂ ਇਦੋਂ ਵੀ ਅੱਛੇ ਕੰਮ ਕੀਤੇ ਹੋਏ ਹੈ, ਇਦੋਂ ਵੀ ਅੱਛੀ ਕੰਪਨੀ 'ਚ ਕੰਮ ਕੀਤਾ ਹੈ। ਦੈਨ ਦੋ ਕੁਝ ਔਰ ਵੀ ਕੰਸਟ੍ਰੇਂਟ ਸੀ ਕਿ ਦੇਖੋ ਆਪਾਂ ਹਰ ਬੰਦਾ ਅਮੀਰ ਨਹੀਂ ਹੁੰਦਾ, ਨੌਕਰ ਚਾਕਰ ਨਹੀਂ ਹੁੰਦੇ। ਜੇ ਨੌਕਰ ਚਾਕਰ ਹੈਗੇ ਵੀ ਹੈ ਤਾਂ ਬੁਰਾ ਨਾ ਮਨਾਣਾ, ਉਹਨਾਂ ਨੂੰ ਸੁਪਰਵਾਈਜ਼ ਕਰਨਾ ਪੈਂਦਾ ਹੈ, ਰਾਈਟ। ਤੁਸੀਂ ਸਾਰਾ ਕੰਮ ਨੌਕਰਾਂ ਦੇ ਉੱਤੇ ਸੁੱਟ ਸਕਦੇ ਕਿ ਚਲੋ 2 ਮਿੰਟ ਲਈ ਮੈਂ ਕਹਿੰਦੀ ਆਪਣੇ ਘਰੇ ਨੌਕਰ ਨਹੀਂ ਹੈ ਤਾਂ ਆਪਾਂ ਉਹ ਸਾਰੇ ਕੰਮ ਪਹਿਲੇ ਕਰਨੇ ਹੈ, ਦੈਨ ਤੁਸੀਂ ਜੌਬ ਤੇ ਜਾਓਗੇ, ਦੈਨ ਤੁਸੀਂ ਕਮਾਓਗੇ, ਫਿਰ ਘਰੇ ਆਓਗੇ, ਰਾਈਟ। ਤਾਂ ਦਿੱਲੀ 'ਚ ਲਾਈਫ ਬੜੀ ਹਾਰਡ ਹੈ। ਦਿੱਲੀ 'ਚ ਇੱਥੇ ਕੀ ਹੈ, ਜੇ ਤੁਸੀਂ 9 ਵਜੇ ਆਫਿਸ ਪਹੁੰਚਣਾ ਤਾਂ ਤੁਹਾਨੂੰ 8 ਵਜੇ ਨਿਕਲਣਾ ਪੈਂਦਾ ਹੈ। 8 ਵਜੇ ਨਿਕਲਣ ਦਾ ਮਤਲਬ ਹੈ ਤੁਹਾਨੂੰ ਸਵੇਰੇ 7 ਵਜੇ 6 ਵਜੇ ਉੱਠਣਾ ਪਏਗਾ, ਖਾਣਾ ਬਣਾਉਣਾ ਪਏਗਾ, ਮਾਰਨਿੰਗ ਬ੍ਰੇਕਫਾਸਟ ਪਲੱਸ ਲੰਚ। ਸ਼ਾਦੀ ਤੋਂ ਬਾਅਦ ਚੀਜ਼ਾਂ ਬਦਲ ਜਾਂਦੀਆਂ ਬਿਕੋਜ਼ ਤੁਹਾਡੇ ਤੇ ਹਸਬੈਂਡ ਦੀ ਵੀ ਜ਼ਿੰਮੇਵਾਰੀ ਆ ਜਾਂਦੀ ਹੈ। ਤੋ ਬਹੁਤ ਸਾਰਾ ਜੋ ਵਰਕਲੋਡ ਸੀ ਨਾ ਮੇਰੇ ਤੇ ਇੰਨਾ ਜ਼ਿਆਦਾ ਆ ਗਿਆ ਕਿ ਮੈਨੂੰ ਐ ਲੱਗਣ ਲੱਗ ਗਿਆ ਕਿ ਲਾਈਫ ਨਾ ਇੰਨੀ ਜ਼ਿਆਦਾ ਫਾਸਟ ਹੈ ਕਿ ਮੈਂ ਆਪਦੀ ਲਾਈਫ ਨੂੰ ਰਿਊਨ ਕਰ ਰਹੀ ਹਾਂ, ਜੀ ਨਹੀਂ ਰਹੀ। ਮੈਂ ਭੱਜ ਹੀ ਰਹੀ ਹਾਂ ਬਸ। 8 ਵਜੇ ਭੱਜੇ, 9 ਵਜੇ ਆਫਿਸ, ਫਿਰ 6 ਵਜੇ ਆਫਿਸ ਤੋਂ ਨਿਕਲੇ, 7 ਵਜੇ ਘਰ, ਫਿਰ ਡਿਨਰ ਦੀ ਤਿਆਰੀ, ਕਿਤੇ 10 ਵਜੇ ਮਤਲਬ ਬੈੱਡ ਤੇ ਸੌਣ ਨੂੰ ਮਿਲਦਾ ਸੀ ਤੇ ਪਿੱਠ ਸਿੱਧੀ ਕਰਨ ਨੂੰ ਮਿਲਦੀ ਸੀ ਕਿ ਹਾਂਜੀ ਠੀਕ ਹੈ, ਸ਼ੁਕਰੀਆ ਪਰਮਾਤਮਾ ਦਾ ਕਿ ਥੋੜਾ ਜਿਹਾ ਆਰਾਮ ਮਿਲਿਆ। ਪਰ ਇਸ ਲਾਈਫ ਤੋਂ ਮੈਂ ਬਹੁਤ ਜਲਦੀ ਫੈਡ ਅਪ ਹੋ ਗਈ ਔਰ ਮੈਂ ਬਹੁਤ ਜਲਦੀ ਫੈਸਲਾ ਲੈ ਲਿਆ ਕਿ ਮਲਟੀਨੈਸ਼ਨਲਸ ਦੀ ਜਿਹੜੀ ਜੌਬ ਹੈ ਉਹ ਆਫਟਰ ਸ਼ਾਦੀ ਮੇਰੇ ਤੋਂ ਨਹੀਂ ਹੋ ਪਾਏਗੀ, ਮੇਰੇ ਵੱਸ ਤੋਂ ਬਾਹਰ ਹੈ। ਸੋ ਮੈਂ ਬੜੇ ਔਖੇ ਹੋ ਕੇ ਤੇ ਟਰੂਥਫੁਲੀ ਸੇਇੰਗ ਮੈਂ ਬੜੇ ਹੀ ਸੋਚਦੀ ਸੀ ਕਿ ਆਪਦੀ ਬਾਬੂ ਸੇਠ ਵਾਲੀ ਜੌਬ ਛੱਡ ਕੇ ਮੈਨੂੰ ਹੁਣ ਮਹਿੰਦੀ ਲਾਣੀ ਪਊਗੀ। ਔਰ ਯੂ ਵੋਂਟ ਬਿਲੀਵ ਬੱਚਿਓ, ਮੈਂ ਨਾ ਮਲੋਟ ਵਿੱਚ ਨਾ ਲੋਕ ਮੇਰੇ ਘਰ ਆਉਂਦੇ ਸੀ ਮਹਿੰਦੀ ਲਗਵਾਉਣ। ਮੈਂ ਕਿਸ ਦੇ ਘਰ ਨਹੀਂ ਜਾਂਦੀ ਸੀ ਮਹਿੰਦੀ ਲਗਵਾਉਣ ਬਿਕੋਜ਼ ਪਾਪਾ ਕਦੇ ਅਲਾਉ ਨਹੀਂ ਕਰਦੇ ਸੀ। ਆਪਣੇ ਮਲੋਟ 'ਚ ਉਸ ਟਾਈਮ ਮਾਹੌਲ ਵੀ ਐਜਾ ਸੀ ਕਿ ਕੋਈ ਆਪਣੀ ਬੇਟੀਆਂ ਨੂੰ ਭੇਜਦਾ ਨਹੀਂ ਸੀ ਕਿਸੇ ਦੇ ਘਰ। ਔਰ ਦਿੱਲੀ ਵਿੱਚ ਇਹ ਮਾਹੌਲ ਹੈ ਕਿ ਤੁਹਾਨੂੰ ਕਸਟਮਰ ਦੇ ਘਰ ਜਾਣਾ ਪੈਂਦਾ, ਤੁਹਾਡੇ ਘਰ ਕਸਟਮਰ ਨਹੀਂ ਆਏਗਾ, ਇੱਥੇ ਟ੍ਰੈਂਡ ਹੈ। ਸੋ ਮੈਨੂੰ ਥੋੜਾ ਜਿਹਾ ਔਡ ਲੱਗਿਆ, ਬਟ ਯੈਸ ਮੈਨੂੰ ਇਹ ਲੱਗਿਆ ਕਿ ਜੇ ਮੈਂ ਛੋਟੀ ਜੀ ਗੱਲ ਸੋਚੀ ਕਿ ਮੈਂ ਜੇ ਜੌਬ ਵਿੱਚ ਮਹੀਨੇ ਦਾ 40,000 ਵੀ ਕਮਾ ਰਹੀ ਸੀ ਤਾਂ ਮੈਂ 40 ਤੋਂ 50,000 ਕਮਾ ਰਹੀ ਸੀ ਤਾਂ ਉਹਦੀ ਐਵਰੇਜ ਕਿਆ ਹੈ, 1500 ਰੁਪਏ 1800 ਰੁਪਏ ਐਵਰੇਜ, ਰਾਈਟ, ਪਰ ਡੇ। तो मैं मेहंदी ਦਾ ਸੋਚਿਆ ਮੈਨੂੰ ਕਿ ਜੇ 2000 ਦਾ ਵੀ ਕੰਮ ਮਿਲ ਜਾਂਦਾ ਹੈ ਇੱਕ ਦਿਨ 'ਚ, ਇਟ ਮੀਨ ਐਵਰੇਜ ਕਿੱਥੇ ਜਾਂਦੀ ਹੈ 2000 into 30 days, it's equals to 60,000. It was better than anything, right? ਔਰ ਇੰਡੀਪੈਂਡੈਂਸ ਸੀ ਮੈਨੂੰ ਫਰੀडम ਸੀ ਕਿ ਮੈਂ ਆਪਦੇ ਘਰ ਦਾ ਵੀ ਕੰਮ ਕਰ ਸਕਾਂ, ਮੈਂ 4 ਘੰਟੇ ਮਹਿੰਦੀ ਲਗਾ ਕੇ ਅਰਨ ਕਰਕੇ ਘਰ ਆ ਸਕਾਂ, ਆਪਣੇ ਘਰ ਦਾ ਕੰਮ ਵੀ ਦੇਖ ਸਕਾਂ, ਆਪਣੀ ਫੈਮਿਲੀ ਨੂੰ ਦੇਖ ਸਕਾਂ। ਤਾਂ ਮੈਨੂੰ ਕੁਝ ਐਜੀ ਫਰੀडम ਚਾਹੀਦੀ ਸੀ ਜੋ ਕਿ ਮੈਨੂੰ ਮਿਲੀ। ਸੋ ਹੌਲੀ ਹੌਲੀ ਮੈਨੂੰ ਖੁਦ ਨਹੀਂ ਪਤਾ ਸੀ ਕਿ ਮੈਂ ਕਿਸ ਰਾਹ ਤੇ ਹਾਂ। ਔਰ ਟਰੂਥਫੁਲੀ ਸੇਇੰਗ ਮੈਨੂੰ ਪਰਮਾਤਮਾ ਨੇ ਹੀ ਰਸਤਾ ਦਿਖਾਇਆ। ਮੈਂ ਸ਼ਾਇਦ ਇਸ ਰਸਤੇ ਨੂੰ ਮਤਲਬ ਆਪਣੇ ਮਲਟੀਨੈਸ਼ਨਲ ਦੇ ਕੈਰੀਅਰ ਛੋੜ ਚੁੱਕੀ ਸੀ, ਪਰ ਪਰਮਾਤਮਾ ਕਹਿੰਦਾ ਬੱਚੇ ਮੈਂ ਤੇਰੇ ਵਕਤ ਨੂੰ ਲਿਖਿਆ ਹੈ। ਇਸ 'ਚ ਮੈਂ ਬਹੁਤ ਬਿਲੀਵ ਕਰਦੀ ਹਾਂ ਕਿ ਪਰਮਾਤਮਾ ਦੀ ਰਜ਼ਾ ਰਾਜੀ ਹੋ ਜਾਂਦੀ ਹੈ। ਮੇਰੇ ਨਾਲ ਉਹੀ ਹੋਇਆ। ਮੇਰੇ ਨਾਲ ਮੈਂ ਛੋਟੇ ਛੋਟੇ ਕਦਮ ਚੱਕ ਕੇ ਮੈਂ ਇੱਕ ਛੋਟੀ ਸੋਚ ਰੱਖੀ ਕਿ ਮੈਂ ਇੱਕ ਦਿਨ 'ਚ 2000 ਕਮਾਣਾ, ਦੈਟਸ ਇਟ, ਤੋਂ ਜ਼ਿਆਦਾ ਮੈਨੂੰ ਲੋੜ ਨਹੀਂ ਹੈ। ਬਟ ਪਰਮਾਤਮਾ ਨੇ ਮੈਨੂੰ ਇੰਨਾ ਵਧੀਆ ਐਕਸਪੋਜ਼ਰ ਦਿੱਤਾ ਔਰ ਇਸ 'ਚ ਡਿਫਰੈਂਸ ਕੀ ਕ੍ਰੀਏਟ ਕੀਤਾ। ਨੋਰਮਲੀ ਮੈਂ ਜਦੋਂ ਦਿੱਲੀ ਵਿੱਚ ਮੈਂ ਕੰਮ ਮੰਗਿਆ ਤਾਂ ਇੱਥੇ ਨੋਰਮਲੀ ਸਭ ਲੜਕੇ ਹੈ ਔਰ ਬੜੇ ਅੱਛੇ ਲੈਵਲ ਦੇ ਧੁਰੰਧਰ ਮਹਿੰਦੀ ਲਗਾਉਣ ਵਾਲੇ ਆਰਟਿਸਟ है। एंड उन्होंने मैंने बड़ा इंफीरियर फील कराया कि मतलब लड़कियों को कोई हायर नहीं करता यहाँ दिल्ली में, आपको हम नहीं रख पाएंगे, आपको हम नहीं अपॉर्चुनिटी दे पाएंगे। मैनू बड़ा फील होया कि मतलब मैं उन्होंने बड़ी रिक्वेस्ट की थी कि सर मैं आपे आऊंगी, आपे जाऊंगी, तुहानू टेंशन लैण दी लोड़ नहीं है, मैनू एक मौका दिओ, मैं करूंगी काम। पर मैनू मौका किसी ने नहीं दिता। मैनू हर किसी ने यही जताया तू लड़की है।
ਤਾਂ ਫਿਰ ਨਾ ਮੇਰੇ ਮਨ 'ਚ ਬੜਾ ਠੇਸ ਲੱਗੀ ਔਰ ਮੈਂ ਆਪਦਾ ਆਪਣਾ ਹੀ ਸਟਾਰਟ ਕੀਤਾ ਔਰ ਆਪਦੇ ਮਨ 'ਚ ਨਾ ਕਿਤੇ ਮੇਰੇ ਬੜੀ ਗਟ ਫੀਲਿੰਗ ਸੀ ਕਿ ਮਤਲਬ ਲੜਕੀਆਂ ਨੂੰ ਹੀ ਮੈਂ ਪ੍ਰਮੋਟ ਕਰਨਾ ਔਰ ਮੈਂ ਲੜਕੀਆਂ ਨੂੰ ਉੱਪਰ ਚੱਕਣਾ ਇਹਨਾਂ ਨੂੰ ਦਿਖਾਣਾ ਹੈ ਕਿ ਲੜਕੀਆਂ ਵੀ ਕੁਝ ਕਰ ਸਕਦੀਆਂ ਨੇ ਅਸੀਂ ਲੜਕਿਆਂ ਤੋਂ ਕਿਤੇ ਘੱਟ ਨਹੀਂ ਆ ਸੋ ਇਹ ਸੋਚ ਮੇਰੀ ਬਹੁਤ ਬਾਅਦ ਕ੍ਰੀਏਟ ਹੋਈ ਪਹਿਲੇ ਹੀ ਸੀ ਕਿ ਮੈਂ ਆਪਣਾ ਰੋਜ਼ਗਾਰ ਜੋੜਿਆ ਕਿਉਂਕਿ ਦਿੱਲੀ ਬਹੁਤ ਹੀ ਐਕਸਪੈਂਸਿਵ ਜਗ੍ਹਾ ਹੈ ਜਿੱਥੇ ਰਹਿਣ ਨੂੰ ਤੁਹਾਨੂੰ ਖਰਚੇ ਕੱਢਣ ਨੂੰ ਬਹੁਤ ਕੁਝ ਚਾਹੀਦਾ ਹੈ ਸੋ ਉਦੋਂ ਬਾਅਦ ਹੌਲੀ ਮੈਂ ਜਿਵੇਂ ਕੰਮ ਕੀਤਾ ਮੇਰੇ ਨਾਲ ਮੈਂ ਕੁਝ ਲੜਕੀਆਂ ਸੀ ਉਹ ਮੈਰਿਡ ਸੀ ਉਹਨਾਂ ਦੇ 3 ਬੱਚੇ ਘਰ ਦੀਆਂ ਜ਼ਿੰਮੇਵਾਰੀਆਂ ਪਰ ਉਹਨਾਂ ਨੂੰ ਕੁਝ ਨਹੀਂ ਆਂਦਾ ਨਾ ਬੱਸ ਚੜ੍ਹਨੀ ਆਂਦੀ ਨਾ ਰਸਤਾ ਵੇਖਣਾ ਆਂਦਾ ਰਸਤੇ ਤੇ ਕਹਿ ਦੋ ਉੱਥੇ ਪਹੁੰਚ ਜਾਓ ਉਹਨਾਂ ਨੂੰ ਉਹ ਵੀ ਨਹੀਂ ਆਂਦਾ ਕੁਝ ਵੀ ਨਹੀਂ ਆਂਦਾ ਮਤਲਬ ਇੰਨੀਆਂ ਭੋਲੀਆਂ ਕੁੜੀਆਂ ਤੇ ਉਹਨਾਂ ਨੂੰ ਮੈਂ ਟ੍ਰੇਨ ਕੀਤਾ ਉਹਨਾਂ ਨੂੰ ਮੈਂ ਸਿਖਾਇਆ ਕਿਵੇਂ ਕਰਨਾ ਹੈ ਕਿਵੇਂ ਚੁਸਤ ਬਣਨਾ ਹੈ ਇਵਨ ਗਰੂਮਿੰਗ ਤੱਕ ਕੀਤੀ ਗਰੂਮਿੰਗ ਸਮਝਦੇ ਹੋ ਕਿ ਉਹਨਾਂ ਨੂੰ ਮੈਂ ਉੱਠਣਾ ਬੈਠਣਾ ਹਰ ਚੀਜ਼ ਖਾਣਾ ਪੀਣਾ ਕੱਪੜੇ ਪਹਿਨਣਾ ਦਿੱਲੀ ਦੇ ਸਟੈਂਡਰਡਸ ਨੂੰ ਮੀਟ ਕਰਨਾ ਬਿਕੋਜ਼ ਤੁਸੀਂ ਕਿਸੇ ਦੇ ਅੱਛੀ ਪਾਰਟੀ ਦਾ ਜਦੋਂ ਘਰ ਦਾ ਕੰਮ ਲੈਂਦੇ ਹੋ ਅਗਲੇ ਨੇ ਕਰੋੜਾਂ ਰੁਪਇਆ ਦਾ ਜੇ ਆਪਦੀ ਬੇਟੀ ਦੇ ਵਿਆਹ ਤੇ ਲਾਇਆ ਹੈ ਤਾਂ ਉਹ ਕਿਸੇ ਨੂੰ ਬੁਲਾ ਰਿਹਾ ਹੈ ਤਾਂ ਉਹਦੇ ਜਿਹੜੇ ਵੈਂਡਰਸ ਨੇ ਵੈਂਡਰਸ ਯੂ ਅੰਡਰਸਟੈਂਡ ਸਰਵਿਸ ਪ੍ਰੋਵਾਈਡ ਕਰਨ ਵਾਲੇ ਜਿਵੇਂ ਮੈਂ ਮਹਿੰਦੀ ਆਰਟਿਸਟ ਤਾਂ ਮੇਰੀ ਟੀਮ ਅੱਛੀ ਦਿਖਣੀ ਚਾਹੀਦੀ ਹੈ ਉਹਨਾਂ ਦੇ ਮਾਹੌਲ 'ਚ ਬੈਠਣ ਲਾਇਕ ਹੋਣੀ ਚਾਹੀਦੀ ਹੈ ਰਾਈਟ ਆਪਾਂ ਦੇਖਦੇ ਹਾਂ ਮਲੋਟ ਵਿੱਚ ਮਹਿੰਦੀ ਆਰਟਿਸਟ ਸੜਕਾਂ ਤੇ ਬੈਠੇ ਆ ਕੁਝ ਵੀ ਪਾ ਕੇ ਬੈਠੇ ਠੀਕ ਹੈ ਕੋਈ ਫਰਕ ਨਹੀਂ ਪੈਂਦਾ ਚੱਪਲ ਵੀ ਪਾ ਲਈ ਕੋਈ ਗੱਲ ਨਹੀਂ ਹਨਾ ਸੋ ਇਹ ਬੁਰਾ ਨਾ ਮਨਾਨਾ ਆਈ ਐਮ ਜਸਟ ਗਿਵਿੰਗ ਯੂ ਛੋਟੇ ਐਗਜ਼ਾਮਪਲਸ ਬਿਕੋਜ਼ ਚੱਪਲ ਬੁਰੀ ਚੀਜ਼ ਨਹੀਂ ਹੈ ਬਟ ਇਸ ਡਿਫਰੈਂਸ ਇਹ ਆਂਦਾ ਹੈ ਕਿ ਮੈਂ ਆਪਣੀ ਲਾਈਫ ਨੂੰ ਮਹਿੰਦੀ ਆਰਟਿਸਟ ਲੋਕੀ ਕਹਿੰਦੇ ਮਹਿੰਦੀ ਲਾਂਦੀ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਲਾਣੇ ਆ ਪਰ ਅਸੀਂ ਕੀ ਡਿਫਰੈਂਟ ਦਿੰਨੇ ਆ ਉਹ ਜਦੋਂ ਬੰਦਾ ਸਾਨੂੰ ਮਿਲਦਾ ਨਾ ਉਹਨੂੰ ਆਪੇ ਫੀਲ ਹੁੰਦਾ ਹੈ ਕਿ ਅਸੀਂ ਕੀ ਡਿਫਰੈਂਟ ਆ ਸਾਡਾ ਵੇ ਆਫ ਟਾਕਿੰਗ ਮੇਰਾ ਮਲਟੀਨੈਸ਼ਨਲਸ ਦਾ ਜਿੰਨਾ ਵੀ ਕੈਰੀਅਰ ਸੀ ਜਿੰਨਾ ਮੇਰਾ ਐਕਸਪੀਰੀਅੰਸ ਸੀ ਉਸ ਨੂੰ ਮੈਂ ਮਹਿੰਦੀ ਵਿੱਚ ਪਾਇਆ ਆਈ ਸਟਾਰਟ ਸਪੀਕਿੰਗ ਇਨ ਇੰਗਲਿਸ਼ ਮੈਂ ਲੋਕਾਂ ਨਾਲ ਕੰਟਰੈਕਟ ਕਰਦੀ ਆ ਪ੍ਰੋਪਰ ਮੈਂ ਇੰਗਲਿਸ਼ ਚ ਉਹਨਾਂ ਨਾਲ ਕਮਿਊਨੀਕੇਟ ਕਰਦੀ ਆ ਜੇ ਉਹਨਾਂ ਨਾਲ ਮਤਲਬ ਪ੍ਰੋਪਰ ਤਰੀਕੇ ਨਾਲ ਅੱਛੇ ਤਰੀਕੇ ਨਾਲ ਮਤਲਬ ਜਿਵੇਂ ਆਪਾਂ ਕਿਸੇ ਦੇ ਵਿਆਹ ਤੇ ਬਣ ਕੇ ਜਾਈਦਾ ਆਪਾਂ ਉਸ ਤਰ੍ਹਾਂ ਬਿਲਕੁਲ ਬਣ ਕੇ ਜਾਈਦਾ ਇਨਫੀਰੀਅਰ ਨਹੀਂ ਫੀਲ ਹੋ ਕਰਵਾਈਦਾ ਕਿ ਅਸੀਂ ਤੁਹਾਡੇ ਘਰੇ ਕੰਮ ਕਰਨ ਆਏ ਹਾਂ ਤੇ ਜੀ ਕੰਮ ਵਾਲੇ ਕੱਪੜੇ ਹੀ ਪਾ ਕੇ ਆਵਾਂਗੇ ਕੁਝ ਨਹੀਂ ਹੈ ਸੋ ਚੇਂਜ ਯੂਰ ਥਿੰਕਿੰਗ ਅਬਾਊਟ ਦਿਸ ਫਰਸਟ ਰਾਈਟ ਸੋ ਤੁਸੀਂ ਇਕੁਅਲੀ ਉਦੋਂ ਵੀ ਜ਼ਿਆਦਾ ਸੋਹਣੇ ਦਿਖੋਗੇ ਜਿੰਨੇ ਤੁਸੀਂ ਅੱਛੇ ਦਿਖੋਗੇ ਜਿੰਨੇ ਤੁਸੀਂ ਆਪਦਾ ਸਟੈਂਡਰਡ ਲੈਵਲ ਅਪ ਕਰਕੇ ਮਾਰਕੀਟ 'ਚ ਚੱਲੋਗੇ ਆਪਦੇ ਆਪ ਨੂੰ ਪੋਰਟਰੇ ਕਰੋਗੇ ਆਪਦੇ ਆਪ ਨੂੰ ਦਿਖਾਓਗੇ ਉਹਨਾਂ ਹੀ ਤੁਹਾਨੂੰ ਲੋਕੀ ਬੜਾ ਸੀਰੀਅਸਲੀ ਲੈਣਗੇ ਕਿ ਨਹੀਂ ਸ਼ੀ ਇਜ਼ ਗਿਵਿੰਗ ਸਮਥਿੰਗ ਡਿਫਰੈਂਟ ਇਹ ਕੁਝ ਡਿਫਰੈਂਟ ਦੇ ਰਹੀ ਹੈ ਇਹਦੀ ਕਾਬਿਲਿयत ਕੁਝ ਡਿਫਰੈਂਟ ਹੈ ਇਹ ਨਾਰਮਲ ਮਹਿੰਦੀ ਆਰਟਿਸਟ ਨਹੀਂ ਇਹਨੂੰ ਨਾਰਮਲ ਨਾ ਲੈ ਲੈਣਾ ਡੋਂਟ ਬਿਹੇਵ ਲਾਈਕ ਰਫ ਔਰ ਰੂਡ ਕਿ ਵੀ ਠੀਕ ਹੈ ਖੜੇ ਤਾਂ ਖੜੇ ਹੈ ਕੋਈ ਆਇਆ ਤਾਂ ਆਇਆ ਕੀ ਫਰਕ ਪੈਂਦਾ ਨੋ ਤਾਂ ਇਸ ਚੀਜ਼ ਨੇ ਬੜਾ ਸਾਥ ਦਿੱਤਾ ਜੋ ਕਿ ਮਲਟੀਨੈਸ਼ਨਲਸ ਦਾ ਐਕਸਪੀਰੀਅੰਸ ਸੀ ਜਿਹਨੇ ਮੈਨੂੰ ਇਸ 'ਚ ਕੌਨਫੀਡੈਂਟ ਕੀਤਾ ਕਿ ਮੈਂ ਮਤਲਬ ਇਸ ਚੀਜ਼ ਨੂੰ ਵਧਾ ਸਕਾਂ ਦੈਨ ਮੇਰੀਆਂ ਲੜਕੀਆਂ ਜਿਨ੍ਹਾਂ ਨੂੰ ਮੈਂ ਆਪਣੇ ਅੰਡਰ ਟ੍ਰੇਨ ਕੀਤਾ ਉਹ ਸਾਰੀਆਂ ਮਜਬੂਰ ਘਰੋਂ ਸੀ ਗਰੀਬ ਘਰੋਂ ਸੀ ਉਹਨਾਂ ਸਾਰਿਆਂ ਨੂੰ ਮਹਿੰਦੀ ਨਹੀਂ ਆਉਂਦੀ ਸੀ ਉਹਨਾਂ ਨੂੰ ਮੈਂ ਮਹਿੰਦੀ ਲਗਾਉਣੀ ਸਿਖਾਈ ਬਟ ਯੈਸ ਉਹਨਾਂ ਦੀ ਕਮਿਟਮੈਂਟ ਮੈਂ ਇੱਕ ਹੀ ਲਿੱਤੀ ਕਿ ਬੱਚੇ ਤੁਸੀਂ ਮੇਰੇ ਨਾਲ ਜੁੜੇ ਰਹੋਗੇ ਬਿਕੋਜ਼ ਜਦੋਂ ਵੀ ਦਿੱਲੀ 'ਚ ਗੱਲ ਆ ਜਾਂਦੀ ਹੈ ਨਾ ਕਿ ਤੁਸੀਂ ਕੰਮ ਕਰਨਾ ਹੈ ਤਾਂ ਅਕੇਲਾ ਚਨਾ ਪਹਾੜ ਨਹੀਂ ਉਠਾ ਸਕਦਾ ਰਾਈਟ ਮਹਿੰਦੀ ਇੱਕ ਇਹੋ ਜਿਹਾ ਕੰਮ ਹੈ ਵੈਨ ਯੂ ਗੈਟ ਅ ਆਰਡਰ ਤੁਹਾਨੂੰ ਕੋਈ ਆਰਡਰ ਮਿਲਦਾ ਹੈ ਤਾਂ ਤੁਸੀਂ ਉਹਦੇ 'ਚ ਇੱਕ ਬ੍ਰਾਈਡਲ 50 ਲੇਡੀਜ਼ ਦਾ ਜਾਂ ਹੁਣ ਤਾਂ ਕਰੋਨਾ ਚੱਲ ਰਿਹਾ ਜਿਵੇਂ ਤਾਂ ਬਹੁਤ ਘੱਟ ਕੰਮ ਹੋ ਗਿਆ ਨਾਰਮਲੀ ਤੇ 500 ਦੀ ਗੈਦਰਿੰਗ ਹੁੰਦੀ ਆਪਣੇ ਵੀ ਮਲੋਟ 'ਚ ਵਿਆਹ ਹੁੰਦੇ ਆ ਤਾਂ 500 ਦੀ ਗੈਦਰਿੰਗ ਹੁੰਦੀ ਹੈ ਤਾਂ ਉੱਥੇ ਤਾਂ ਆਈ ਡੋਂਟ ਥਿੰਕ ਲੋਕੀ ਇਨਵੈਸਟ ਕਰਨਾ ਪਸੰਦ ਨਹੀਂ ਕਰਦੇ ਆਮ ਸੌਰੀ ਮਲੋਟ 'ਚ ਲੋਕੀ ਇੰਨਾ ਪੈਂਪਰ ਨਹੀਂ ਕਰਦੇ ਆਪਣੇ ਰਿਸ਼ਤੇਦਾਰਾਂ ਨੂੰ ਪਰ ਦਿੱਲੀ ਵਿੱਚ ਲੋਕੀ ਬਹੁਤ ਜ਼ਿਆਦਾ ਪੈਂਪਰ ਕਰਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੀ ਕਦਰ-ਮਾਨ ਕਰਦੇ ਆ ਉਹਨਾਂ ਲਈ ਬਹੁਤ ਜ਼ਿਆਦਾ ਅੱਛੇ ਅਰੇਂਜਮੈਂਟਸ ਕੀਤੇ ਜਾਂਦੇ ਨੇ ਕਿ ਉਹਨਾਂ ਨੂੰ ਕੰਫਰਟ ਦਿਲਾਇਆ ਜਾਏ ਉਹਨਾਂ ਲਈ ਅੱਛੀ ਤੋਂ ਅੱਛੀ ਚੀਜ਼ ਹਾਇਰ ਕੀਤੀ ਜਾਏ ਔਰ ਜਦੋਂ ਮਹਿੰਦੀ ਦੀ ਗੱਲ ਆਈ ਤਾਂ ਮਹਿੰਦੀ ਵੀ ਇਕੁਅਲੀ ਉਹਨਾਂ ਨੂੰ ਇੰਨੀ ਅੱਛੀ ਲਗਾ ਕੇ ਦਿੰਨੇ ਆ ਅਸੀਂ ਇੱਥੇ ਨਹੀਂ ਕਿ ਬ੍ਰਾਈਡਲ ਦੀ ਸੋਹਣੀ ਲਾਤੀ ਤੇ ਰਿਲੇਟਿਵਸ ਦਾ ਪੇਲ ਦਿਓ ਗਾਂਜਾ ਮਾਰ ਦਿਓ ਕੀ ਫਰਕ ਪੈਂਦਾ ਕੋਈ ਉਹ ਦੇਖਦਾ ਤਾਂ ਪਿਆ ਨਹੀਂ ਰਾਈਟ ਸੋ ਐਸਾ ਕੁਝ ਨਹੀਂ ਹੈ ਦਿੱਲੀ 'ਚ ਐਸਾ ਕੁਝ ਨਹੀਂ ਦਿੱਲੀ 'ਚ ਇੰਨਾ ਹਾਰਡ ਕੰਪੀਟੀਸ਼ਨ ਹੈ ਕਿ ਤੁਹਾਨੂੰ ਪਰਫਾਰਮ ਕਰਨਾ ਪਏਗਾ ਪਲੱਸ ਕਸਟਮਰ ਇਜ਼ ਰੈਡੀ ਟੂ ਪੇ ਇਨ ਥਾਊਜ਼ੈਂਡਸ ਇਨ ਲੈਕਸ ਰਾਈਟ ਸੋ ਮੈਂ ਤੁਹਾਨੂੰ ਇੱਕ ਅਮਾਉਂਟ ਕੋਟ ਨਹੀਂ ਕਰੂੰਗੀ
ਕਿ ਇੰਨਾ ਇਸ ਦੀ ਸੀਮਾ ਹੈ ਕਮਾਉਣ ਦੀ। ਮਹਿੰਦੀ ਦੇ ਕੰਮ 'ਚ ਇੱਕ ਦਿਨ ਦੀ ਸੈਲਰੀ ਉਹ ਮਹੀਨੇ ਦੀ ਸੈਲਰੀ ਤੇ ਡਬਲ ਸੈਲਰੀ ਕਰ ਸਕਦੇ। ਮੈਂ 1 ਲੱਖ 2 ਲੱਖ ਦੀ ਐਵਰੇਜ ਵੀ ਦੇ ਸਕਦੇ ਹਾਂ ਆਪਾਂ, ਕਿ ਇੰਨਾ ਆਪਾਂ ਕਮਾ ਸਕਦੇ ਹਾਂ। ਮੈਂ ਤੁਹਾਨੂੰ ਓਵਰਵਿਊ ਦੇ ਰਹੀ ਹਾਂ ਕਿ ਕਿ ਆਪਾਂ ਇੰਨਾ ਕਮਾ ਸਕਦੇ ਹਾਂ। ਸੋ ਇਹਦੇ ਚ ਡਿਸਅਪॉइंट ਨਾ ਹੋਣਾ ਕਿ ਮਹਿੰਦੀ ਦੇ ਕੰਮ 'ਚ 2 ਲੱਖ ਰੁਪਇਆ ਬੱਚੇ ਹੈ, ਮੈਂ ਮਜ਼ਾਕ ਨਹੀਂ ਕਰ ਰਹੀ, ਸੱਚ ਹੈ, ਠੀਕ ਹੈ ਨਾ। ਸੋ ਇੱਕ ਦਿਨ 'ਚ ਤੁਸੀਂ ਕਮਾ ਸਕਦੇ ਹੋ, ਪਰ ਤੁਹਾਡੇ 'ਚ ਗਟਸ ਹੋਣੇ ਚਾਹੀਦੇ ਹੈ। ਯੂ ਹੈਵ ਟੂ ਬੀ ਰੀਅਲੀ ਆਰਗੇਨਾਈਜ਼। ਤੁਹਾਨੂੰ ਮਤਲਬ ਮਹਿੰਦੀ ਕੱਲਾ ਇੱਕ ਉਹ ਨਹੀਂ ਹੈ ਕਿ ਮਹਿੰਦੀ ਆਂਦੀ ਠੀਕ ਹੈ, ਹਾਂ ਅਸੀਂ ਕਮਾ ਲਾਂਗੇ, ਐਸਾ ਕੁਝ ਨਹੀਂ ਹੈ। ਤੁਹਾਨੂੰ ਮੈਨੇਜਮੈਂਟ ਸਕਿੱਲਸ ਆਣੇ ਚਾਹੀਦੇ ਹੈ, ਤੁਹਾਡੇ 'ਚ ਕਮਿਊਨੀਕੇਸ਼ਨ ਸਕਿੱਲਸ ਹੋਣੇ ਚਾਹੀਦੇ, ਤੁਹਾਨੂੰ ਕਸਟਮਰ ਦਾ ਪਰਸਪੈਕਟਿਵ ਸਮਝ ਆਉਣਾ ਚਾਹੀਦਾ। ਕਸਟਮਰ ਕਿੱਥੋਂ ਬੋਲ ਰਿਹਾ, ਕਸਟਮਰ ਕੀ ਚਾਹੁੰਦਾ ਹੈ, ਉਹਦਾ ਫੰਕਸ਼ਨ ਹੈ, ਉਹਦੀ ਇੱਜ਼ਤ ਕਰੋ, ਉਹ ਜੋ ਕਹਿ ਰਿਹਾ ਹੈ ਜੀ ਹਜ਼ੂਰੀ ਕਰੋ, ਠੀਕ ਹੈ ਨਾ। ਕਿਉਂਕਿ ਐਂਡ ਆਫ ਦਾ ਡੇ ਕਸਟਮਰ ਖੁਸ਼ ਹੈ ਤਾਂ ਪੇਮੈਂਟ ਮਿਲੇਗੀ, ਅਦਰਵਾइज ਦੇ ਵਿਲ ਨਾਟ ਪੇ ਯੂ, ਠੀਕ ਹੈ। ਸੋ ਮੇਰੇ ਨਾਲ ਘੱਟੋ ਘੱਟ 10 ਆਰਟਿਸਟ ਦੀ ਟੀਮ ਚੱਲਦੀ ਹੈ, ਔਰ ਮੈਨੂੰ ਬੜਾ ਹੀ ਹਾਰਡ ਵਰਕ ਕਰਨਾ ਪੈਂਦਾ ਹੈ। ਦਿੱਲੀ ਵਿੱਚ ਇੱਥੇ ਅਸੀਂ ਕਿਤੇ ਵੀ ਜਾਣਾ ਹੈ ਤਾਂ ਸਾਨੂੰ 1 ਘੰਟਾ ਪਹਿਲੇ ਨਿਕਲਣਾ ਪੈਂਦਾ ਹੈ। ਇੱਕ ਬ੍ਰਾਈਡਲ ਨੂੰ ਲਗਾਉਣ ਤੇ ਸਾਨੂੰ ਘੱਟੋ ਘੱਟ 3 ਤੋਂ 4 ਘੰਟੇ ਲੱਗਦੇ ਹੈ। ਇਹ ਸਾਰੀ ਸਟ੍ਰੈਟਜੀ ਮੈਂ ਕੋਈ ਵੀ ਸੀਜ਼ਨ ਜਦੋਂ ਸ਼ੁਰੂ ਹੁੰਦਾ, ਲਾਈਕ ਨਵੰਬਰ ਦਸੰਬਰ ਦਾ ਲਗਾ ਲਓ, ਮੋਟਾ ਮੋਟੀ ਸਭ ਨੂੰ ਪਤਾ ਹੈ ਨਵੰਬਰ ਦਸੰਬਰ 'ਚ ਵਿਆਹ ਹੁੰਦੇ ਬਹੁਤ ਜ਼ਿਆਦਾ, ਤਾਂ ਮੇਰੀ ਅਕਤੂਬਰ 'ਚ ਪੂਰੀ ਸਟ੍ਰੈਟਜੀ ਬਣ ਜਾਂਦੀ ਹੈ ਕਿ ਮਤਲਬ ਇਸ ਡੇਟ ਤੇ ਕਿੱਥੇ ਹੋਵਾਂਗੇ, ਇੰਨੇ ਵਜੇ ਕਿੱਥੇ ਹੋਵਾਂਗੇ, 9 AM 2 PM 7 PM, ਇਸ ਤਰ੍ਹਾਂ ਮੇਰਾ ਅਪਾਇੰਟਮੈਂਟ ਸਿਸਟਮ ਹੋ ਜਾਂਦਾ ਹੈ। ਬ੍ਰਾਈਡਸ ਨਾਲ ਪਹਿਲੀ ਗੱਲ ਹੋ ਜਾਂਦੀ ਹੈ ਕਿ ਤੁਹਾਡਾ ਆਹ ਸ਼ੈਡਿਊਲ ਹੈ, ਤੁਹਾਡਾ ਆਹ ਟਾਈਮ ਹੈ ਜੀ, ਠੀਕ ਹੈ ਜੀ, ਤੁਸੀਂ ਇਸ ਟਾਈਮ ਤੇ ਰੈਡੀ ਰਹਿਣਾ ਹੈ। ਮਤਲਬ ਨੋ ਡਾਊਟ ਆਪਣੇ ਜਿਵੇਂ ਮੈਂ ਮਤਲਬ ਬੁਰਾ ਨਾ ਸਮਝਣਾ, ਨੈਗੇਟਿਵ ਪੁਆਇੰਟ ਨਹੀਂ ਬਤਾ ਰਹੀ, ਪਰ ਦਿੱਲੀ 'ਚ ਲੋਕ ਬੜੇ ਪ੍ਰੋਫੈਸ਼ਨਲ ਹੈ। ਪ੍ਰੋਫੈਸ਼ਨਲ ਦਾ ਮਤਲਬ ਹੁੰਦਾ ਹੈ ਕਿ ਜੋ ਤੁਸੀਂ ਕਿਹਾ ਉਹ ਕਰੋ। ਜਿਵੇਂ ਅੱਜ ਦੀ ਮੀਟਿੰਗ ਦਾ ਟਾਈਮ ਸੀ 10:30 ਮੀਨ 10:30, ਉਹਦਾ ਮਤਲਬ ਇਹ ਨਹੀਂ ਹੈ ਕਿ ਉਹ 11 ਵਜੇ ਆਨ ਹੋਏਗੀ, ਰਾਈਟ। ਦਿੱਲੀ 'ਚ ਇਹੋ ਜਿਹੇ ਲੋਕ ਨੇ, 10:30 ਮੀਨ 10:30, ਤੁਹਾਡੀ 9 ਵਜੇ ਬ੍ਰਾਈਡਲ ਸਟਾਰਟ ਹੋਏਗੀ ਤਾਂ 9 ਵਜੇ ਹੀ ਹੋਏਗੀ। ਤੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਸੀ ਮੈਂ 8:30 ਉਹਨਾਂ ਦੇ ਘਰ ਪਹੁੰਚ ਜਾਵਾਂ, ਬਿਕੋਜ਼ ਮਹਿੰਦੀ ਦਾ ਕੰਮ ਕੁਝ ਐਜਾ ਹੈ ਕਿ ਤੁਹਾਨੂੰ ਉੱਥੇ ਜਾ ਕੇ ਮਹਿੰਦੀ ਆਰਗੇਨਾਈਜ਼ ਕਰਨੀ ਪੈਂਦੀ ਹੈ, ਕੋਨ ਬਣਾਉਣੇ ਪੈਂਦੇ ਹੈ। ਮੇਬੀ ਤੁਸੀਂ ਗਰਲਸ ਹੋ ਤਾਂ ਤੁਹਾਨੂੰ ਜ਼ਿਆਦਾ ਨੌਲੇਜ ਹੋਏਗੀ, ਮੈਂ ਤੁਹਾਨੂੰ ਬਹੁਤ ਜਲਦੀ ਦਿਖਾਉਂਗੀ ਕਿ ਕੋਨ ਦਾ ਪੇਪਰ ਕਿਹੋ ਜਿਹਾ ਹੁੰਦਾ ਹੈ, ਕੋਨ ਕਿਵੇਂ ਬਣਾਈ ਜਾਂਦੀ ਹੈ, ਹਰ ਚੀਜ਼ ਤੁਹਾਨੂੰ ਮੈਂ ਸੀਕੁਐਂਸ 'ਚ ਦੱਸੂਗੀ। ਬਟ ਰਾਈਟ ਨਾਓ ਆਈ ਜਸਟ ਵੁੱਡ ਲਾਈਕ ਟੂ ਟਾਕ ਟੂ ਯੂ ਮੋਰ ਕਿ ਮੈਂ ਇਸ ਕੰਮ ਨੂੰ ਕਿਉਂ ਪਕੜਿਆ, ਔਰ ਮੈਂ ਇਸ ਕੰਮ ਨੂੰ ਛੋਟਾ ਨਹੀਂ ਸਮਝਦੀ। ਜਿਵੇਂ ਲੋਕ ਕਹਿ ਦਿੰਦੇ ਹਾਂ ਮਹਿੰਦੀ ਤਾਂ ਹੈ, 5 ਰੁਪਏ ਦੀ ਮਹਿੰਦੀ ਤਾਂ ਹੈ, ਮੈਨੂੰ ਵੀ ਬਹੁਤ ਕੁਝ ਸੁਣਨ ਨੂੰ ਮਿਲਿਆ ਸ਼ੁਰੂ 'ਚ, ਬਟ ਇਟਸ ਓਕੇ, ਮੈਂ ਆਪਣਾ ਰਾਹ ਨਹੀਂ ਛੱਡਿਆ। शालिनी 1 मिनट बच्चों, ये 40 मिनट्स का सेशन है और देखो 30 मिनट्स हो चुके हैं, ਤਾਂ ਇੱਕ ਵਾਰੀ ਇਹ ਮਤਲਬ ਸੈਸ਼ਨ ਖਤਮ ਹੋਏਗਾ ਤਾਂ ਤੁਸੀਂ ਰੀਜੁਆਇਨ ਕਰ ਲੈਣਾ ਹੈ। ਸ਼ਾਲਿਨੀ ਆਪਣੇ ਕੋਲੇ ਆਈ ਥਿੰਕ ਟਾਈਮ ਘਟੇਗਾ, ਸੋ ਤੁਸੀਂ ਪਹਿਲਾਂ ਆਪਾਂ 2 ਸੈਸ਼ਨਸ ਲਗਾ ਦਾਂਗੇ, ਜੇ ਬੱਚੇ ਇੰਟਰਸਟਿਡ ਹੋਣਗੇ ਤਾਂ ਕੱਲ ਦੁਬਾਰਾ ਲਗਾ ਲਾਂਗੇ। ਬਟ ਉਹਦੇ ਵਿੱਚ ਇਹ ਹੈ ਕਿ ਤੁਸੀਂ ਇੱਕ ਵਾਰੀ ਤੁਹਾਨੂੰ ਇੰਟਰਰਪਟ ਇਹ ਕਰਨਾ ਪਏਗਾ ਕਿ ਮੈਨੂੰ ਬੱਚਿਆਂ ਦਾ ਮੈਸੇਜ ਆ ਰਿਹਾ ਵਿੱਚ ਅਲੱਗ ਤੋਂ ਕਿ ਸਾਨੂੰ ਥੋੜੀ ਟੈਕਨੀਕ ਪ੍ਰੈਕਟੀਕਲੀ ਵੀ ਸਮਝਾ ਦਿੱਤੀ ਜਾਏ, ਤਾਂ ਮੈਂ ਤੁਹਾਡੇ ਤੱਕ ਤਾਂ ਹੀ ਮੈਸੇਜ ਕਨਵੇ ਕਰ ਰਹੀ ਹਾਂ ਕਿ ਆਪਾਂ 2 ਸੈਸ਼ਨਸ ਚਨੂੰ ਕਰ ਲਾਂਗੇ। ਤਾਂ ਅੱਜ ਇੱਕ ਵਾਰੀ ਤੁਸੀਂ ਥੋੜਾ ਜਿਹਾ ਇਹਨਾਂ ਨੂੰ ਕੋਨ ਬਾਰੇ ਜ਼ਰੂਰ ਦੱਸ ਦਿਓ ਤੇ ਸਟਾਰਟਿੰਗ ਦੱਸ ਦਿਓ। ਹਾਂ ਬਿਲਕੁਲ ਮੈਮ, ਮੈਂ ਕੋਨ ਹੀ ਸਟਾਰਟ ਕਰ ਰਹੀ ਹਾਂ। ਹਾਂਜੀ ਬੇਟਾ, ਹਾਂਜੀ। एक्चुअली कई स्टूडेंट्स हैं ਜਿਹੜੇ इंटरेस्टेड ਨੇ ਬਟ ਉਹ ਜੁਆਇਨ ਨਹੀਂ ਕਰ ਪਾ ਰਹੇ, ਸੋ ਪਲੀਜ਼ ਕੈਨ ਯੂ ਰਿਕਾਰਡ। ਹਾਂਜੀ ਬੇਟਾ, ਰਿਕਾਰਡਿੰਗ ਹੋ ਰਹੀ ਹੈ। ਓਕੇ ਮੈਮ, ਥੈਂਕ ਯੂ। ਹਾਂਜੀ, ਸੋ ਬੱਚਿਓ, ਮੈਂ ਕੋਨ ਦੀ ਗੱਲ ਕਰ ਰਹੇ ਹੋ ਤੁਸੀਂ, ਤਾਂ ਮੈਂ ਸ਼ਾਰਟਕਟ 'ਚ ਫਟਾਫਟ ਕੋਨ ਤੇ ਹੀ ਆਉਂਗੀ। ਦੇਖੋ, ਇਹ ਪਲਾਸਟਿਕ ਦਾ ਪੇਪਰ ਹੈ, ਸਕੁਅਰ ਵਿੱਚ ਕੱਟਿਆ ਹੋਇਆ ਹੈ। ਮੇਰੇ ਕੋਲ ਤਾਂ ਬਹੁਤ ਸਾਰੀਆਂ ਸ਼ੀਟਸ ਹੁੰਦੀਆਂ, ਸੋ ਮੈਂ ਤਾਂ ਬੰਡਲ ਨੂੰ ਪੂਰਾ ਕਟਵਾ ਕੇ ਰੱਖ ਲੈਂਦੀ ਹਾਂ। ਸੋ ਦੇਖੋ, ਮੇਰੇ ਕੋਲ ਬਹੁਤ ਬੜਾ ਮੋਟਾ ਬੰਡਲ ਹੈ। ਇਸ ਬੰਡਲ ਨੂੰ ਇਸ ਤਰ੍ਹਾਂ ਮਤਲਬ ਮੈਂ ਕਟਵਾ ਕੇ ਰੱਖ ਲੈਂਦੀ ਹਾਂ ਕਿਉਂਕਿ ਮੇਰੇ ਕੋਲ ਬਲਕ ਵਿੱਚ ਕੰਮ ਹੈ। ਬਟ ਤੁਹਾਡੇ ਕੋਲ ਨਹੀਂ ਹੋਏਗਾ, ਤੁਹਾਡੇ ਕੋਲ ਗਿਫਟ ਪੇਪਰ ਹੋਏਗਾ। ਗਿਫਟ ਪੇਪਰ ਆਪਣੇ ਘਰੇ ਨਾਰਮਲ ਹੁੰਦਾ ਹੈ, ਰਾਈਟ, ਜਿਹਨਾਂ 'ਚ ਆਪਾਂ ਰੈਪਿੰਗ ਕਰਦੇ ਹਾਂ, ਪਰ ਉਹਦੇ 'ਚ ਵੀ ਮੈਂ 2 ਤਾਂ ਦੱਸੂਗੀ ਕਿ ਗਿਫਟ ਪੇਪਰ ਨਾ ਇੱਕ ਥੋੜਾ ਜਿਹਾ ਇਨਫੀਰੀਅਰ ਹੁੰਦਾ ਹੈ, ਪਤਲਾ ਵਾਲਾ, ਇੱਕ ਹੁੰਦਾ ਥੋੜਾ ਜਿਹਾ ਮੋਟਾ ਵਾਲਾ। यूज मोटा वाला, पतला वाला ना यूज करना, बिकॉज मेहंदी जो है उनदे च लेस हुंदी है, उनदे च पानी हुंदा है, वो मेहंदी
ਜਲਦੀ ਗਲਾ ਦਿੰਦੀ ਹੈ ਉਸ ਪੇਪਰ ਨੂੰ। ਤੁਸੀਂ ਸ਼ਾਇਦ ਜਦੋਂ ਉਸ ਕੋਨ ਨੂੰ ਬਣਾ ਲਓ ਇਨਫੀਰੀਅਰ ਵਾਲੇ ਪੇਪਰ ਨਾਲ, ਤੁਹਾਨੂੰ ਆ ਪੇਪਰ ਸ਼ਾਇਦ ਨਾ ਸਮਝ ਆਏ, ਕਿਉਂਕਿ ਇਹ ਮੇਰਾ ਪ੍ਰੋਫੈਸ਼ਨਲ ਵਾਲਾ ਹੈ। ਇਹ ਤੁਸੀਂ ਸ਼ਾਇਦ ਪਕੜ ਵੀ ਨਾ ਪਾਓ, ਕਿਉਂਕਿ ਇਹ ਬਹੁਤ ਹੀ ਸਲੀਕ ਹੈ। ਇਹ ਸਾਡੇ ਹੱਥ ਹੀ ਕੰਮ ਕਰਦੇ ਨੇ ਇਸ ਤੇ। ਤੁਸੀਂ ਯੂਜ਼ ਕਰੋ ਗਿਫਟ ਪੇਪਰ ਜੋ ਆਪਾਂ ਰੈਪਿੰਗ ਕਰਦੇ ਹਾਂ, ਔਰ ਥੋੜਾ ਜਿਹਾ ਮੋਟਾ ਵਾਲਾ, ਔਰ ਉਹਦੀ ਕੋਨ ਬਣਾ ਲਓ। ਆਈ ਸ਼ੋ ਯੂ ਹਾਊ ਟੂ ਮੇਕ ਅ ਕੋਨ। ਦੇਖੋ ਵੈਸੇ ਬਹੁਤ ਸਿੰਪਲ ਹੈ। ਆਪਾਂ ਸਕੁਅਰ ਹੈ, ਇਹ ਸਕੁਅਰ ਹੈ, ਸਕੁਅਰ ਦੇ ਵਿੱਚੋਂ ਇੱਕ ਆਪਾਂ ਇਸ ਤਰ੍ਹਾਂ ਫੋਲਡ ਕਰਦੇ ਜਾ ਸਕਦੇ ਹਾਂ। ਤੁਸੀਂ ਮੈਨੂੰ ਦੇਖ ਪਾ ਰਹੇ ਹੋ, ਅਗਰ ਤੁਹਾਨੂੰ ਨਾ ਦਿਖੇ ਤਾਂ ਪਲੀਜ਼ ਮੈਨੂੰ ਰਿਪਲਾਈ ਕਰਨਾ ਕਿ ਮੈਮ ਨਹੀਂ ਦਿਖ ਰਿਹਾ, ਕਿਉਂਕਿ ਪੇਪਰ ਵੀ ਟ੍ਰਾਂਸਪੇਰੈਂਟ ਹੈ। ਇਸ ਨੂੰ ऐसे गोल गोल घुमाते जाओ। और कोन च भी बच्चे बहुत सारियां वैरायटीज ने, एक कोन बन गया मेरे वालों। हुण इस ते लगेगी टेपिंग। आ चीज खुली है, देख रहे हो, आ चीज खुली है। इत्थे एक सिरा आंदा है, एक खुला है, दिख रहे हैं ना बच्चे? ओके, सो आ सिरा खुला ना, तो मैं इत्थे हुण टेप लगान जा रही हूं। देखो टेप बड़े प्रोफेशनल तरीके नाल लगाई जाती है, बिल्कुल सिलवट नहीं आना चाहिए। सिलवट आएगा तो तुसी कोन नू सही तरह कैरी नहीं कर पाओगे उस टाइम ते लगान वेले। एक दो हाथ लगाना तो इज ओके, बट जदों साडे वर्गे 100 लेडीज नू निपटांदे ने तां फिर ओह उत्थे रियली यू हैव टू गिव अ वेरी गुड क्वालिटी ऑफ कोन। इस नू हौली हौली मैं तो प्रोफेशनल तरीके नाल कर रही हूं, तुसीं आपदे तरीके नाल जिवें भी इस कोन नू बंद करन दी कोशिश करो तां कर लेना। मतलब इनिशियल लेवल ते मैं कोई फाउंडेशंस लगा रही, फ्री हैंड नाल काम करो। हर बच्चे दा अपना एक काबिलियत है, वो किसी तरह भी काम करता है। मैं शुरू च मैनू किसी ने मेहंदी दा कोन नहीं सिखाया सी, सो मैं अपने तरीके नाल बनांदी सी। बट इहदे च आई ट्राई कि मैं यूट्यूब ते एक लिंक पा दूंगी कोन बनाने दा, ਉਹ ਤੁਹਾਨੂੰ ਸਾਰਿਆਂ ਨੂੰ ਫਾਰਵਰਡ ਕਰ ਦੂੰਗੀ। ਤੁਸੀਂ ਸਾਰੇ ਉਸ ਨੂੰ ਖੋਲ ਕੇ ਵਾਰੀ ਚੈੱਕ ਕਰਕੇ ਇਸ ਨੂੰ ਅੱਜ ਦਾ ਦਿਨ ਮੈਂ ਤੁਹਾਨੂੰ ਇੱਥੇ ਦੱਸ ਰਹੀ ਹਾਂ ਪ੍ਰੈਕਟੀਕਲੀ ਕਿ ਇਹ ਕੌਣ ਬਣ ਗਿਆ ਹੈ ਮੇਰੇ ਵੱਲ। ਔਰ ਇਸ ਤੇ ਦੋ ਟੇਪ ਲੱਗਦੇ ਨੇ, ਇੱਕ ਤਾਂ ਸਿਰਾ ਲਗਾ ਦਿੱਤਾ ਮੈਂ, ਇੱਕ ਥੋੜਾ ਜਿਹਾ ਉੱਪਰ ਆਪਾਂ ਹੋਰ ਵੇਖਾਂਗੇ ਜਗ੍ਹਾ ਤੇ, ਉੱਥੇ ਵੀ ਖਾਲੀ ਹੁੰਦੀ ਹੈ ਜਗ੍ਹਾ, ਤਾਂ ਕਿ ਉੱਥੋਂ ਕੋਨ ਤੋਂ ਮਹਿੰਦੀ ਬਾਹਰ ਨਾ ਨਿਕਲੇ। ਨਾ ਮੇਰਾ ਕੋਨ ਤਿਆਰ ਹੈ। ਇਹ ਕੋਨ ਹੈ ਨॉर्मल ਮਹਿੰਦੀ ਲਗਾਉਣ ਵਾਸਤੇ। ठीक है, कोन भी 2-3 तरह ਦੇ ਬਣਾਉਂਦੇ ਆ ਅਸੀਂ, ਜਿੰਦੇ ਵਿੱਚ ਜਿਵੇਂ ਕਿਸੇ ਦੀ ਸ਼ਕਲ ਬਣਾਣੀ ਹੈ, ਕਿਸੇ ਦੀ ਫੋਟੋ, ਕਿਸੇ ਦੁल्हा दुल्हन ਟਾਈਪਸ, ਬਹੁਤ ਕੁਝ ਹੈ। ਬਹੁਤ ਵਾਸਟ ਸਿਲੇਬਸ ਹੈ ਮਹਿੰਦੀ ਦਾ। ਆਪਾਂ ਅਗਲੇ ਸੈਸ਼ਨ 'ਚ ਇਸ ਨੂੰ ਕਰਾਂਗੇ ਡਿਸਕਸ। ਠੀਕ ਹੈ, ਅੱਜ ਲਈ ਮੈਂ ਤੁਹਾਨੂੰ ਬੇਸਿਕ ਦੱਸ ਰਹੀ ਹਾਂ ਕਿ ਇਹ ਕੋਨ ਬਣ ਗਿਆ। ਸੋ ਪਲੀਜ਼ ਕੋਈ ਕੁਐਸਚਨਸ ਨੇ ਦੱਸੋ। ਆਪਣੇ ਕੋਲ ਟਾਈਮ ਘੱਟ ਹੈ, ਟਾਈਮ ਨੂੰ ਯੂਟਿਲਾਈਜ਼ ਕਰਦੇ ਹੋਏ ਦੱਸੋ ਆਪਾਂ ਕਿਵੇਂ ਕਰ ਸਕਦੇ ਹਾਂ। ਬਾਕੀ मैं मलोट आऊंगी, कोई दिक्कत नहीं शालिनी। 1 मिनट, मतलब देखो ये सेशन 40 मिनट्स है, 40 मिनट्स बाद ये बंद हो जाएगा, बट वापस उस लिंक पे ज्वाइन करना है बेटा सब ने। उस तो बाद मैम ਤੁਹਾਨੂੰ ਅਪਲਾਈ ਕਰਨਾ ਦੱਸਣਗੇ ਕਿ ਕਿਵੇਂ ਅਪਲਾਈ ਕਰਨਾ ਹੈ। ओके मैम। ਸ਼ਾਲਿਨੀ ਤੁਸੀਂ ਵੀ ਨਾਲ ਦੀ ਨਾਲ ਜੁਆਇਨ ਕਰ ਲਿਆ ਜੋ, ਕਿਉਂਕਿ ਆਪਣੇ ਕੋਲ ਪਾਰਟਿਸਿਪੈਂਟ ਮੈਕਸਿਮਮ 100 ਹੋ ਸਕਦੇ ਆ, ਔਰ ਐਟ ਪਾਰ ਹੀ ਚੱਲ ਰਿਹਾ, 100 ਹੀ ਚੱਲ ਰਿਹਾ ਫੁੱਲ ਕੈਪੈਸਿਟੀ ਨਾਲ। ਤਾਂ ਮਤਲਬ ਇਹ ਨਾ ਹੋਵੇ ਤੁਸੀਂ ਬਾਹਰ ਰਹਿ ਜਾਓ ਤੇ ਬਾਕੀ 100 ਆ ਜਾਣ, है ना? नहीं मैं नहीं बाहर रहती। मैं मेरा कैमरा ठीक है ना, मैं थोड़ा जा कैमरे ਨੂੰ नीचे कर देता है। नहीं विजिबल है, विजिबिलिटी है, ओके है, ठीक है। सो मैं आई कोन बना लिया बच्चे। मैं दोबारा फिर एक और कोन बना के देना चाहनी हां ताकि ਤੁਹਾਨੂੰ ਫਿਰ ਸਮਝ ਆਏ ਕਿ ਮੈਂ ਕੋਨ ਬਣਾਇਆ ਕਿਵੇਂ। ਆਈ ਐਮ ਡੈਮ ਸ਼ੋਰ ਇੱਕ ਵਾਰੀ ਤੁਹਾਨੂੰ ਸ਼ਾਇਦ ਨਹੀਂ ਸਮਝ ਆਇਆ ਹੋਵੇਗਾ। ਜੇ ਸਮਝ ਆ ਗਿਆ ਤਾਂ ਹਜੇ ਵੀ ਦੱਸ ਦਿਓ, ਮੈਂ ਹੋਰ ਨਾ ਬਣਾਵਾਂ। ਇਹਦਾ ਸਮਝ ਆ ਗਿਆ ਤਾਂ मैम वी गॉट इट। शालिनी ਸਾਡੇ ਬੱਚੇ ਬਹੁਤ ਐਕਸਪਰਟ ਹੈ, ਇਹਨਾਂ ਨੂੰ ਸਭ ਨੂੰ ਮਹਿੰਦੀ ਲਾਣੀ ਆਉਂਦੀ ਹੈ, ਬਟ ਇਹਨਾਂ ਨੂੰ ਰਾਈਟ ਟੈਕਨੀਕ ਨਹੀਂ ਆਉਂਦੀ ਹੋਣੀ ਸ਼ਾਇਦ। ਬੜਿਆਂ ਨੂੰ ਤਾਂ ਉਹ ਵੀ ਆਉਂਦੀ ਹੋਏਗੀ। ਸੋ ਸਾਨੂੰ ਇਹ ਸੀਗਾ ਕਿ ਤੁਸੀਂ ਇਹਨਾਂ ਨੂੰ ਅਪਲਾਈ ਕਰਨਾ ਦੱਸਦੇ, ਤੇ ਕੱਲ ਨੂੰ ਇਹ ਤੁਹਾਨੂੰ ਨਾ ਆਪਣੀਆਂ ਫੋਟੋਜ਼ ਪਾਣਗੇ ਬੱਚੇ ਮਹਿੰਦੀ ਲਗਾ। ਸੋ ਮੈਨੂੰ ਬਹੁਤ ਅੱਛਾ ਲੱਗਿਆ, ਬੜੇ ਕੁਇਕ ਹੋ ਤੁਸੀਂ ਯਾਰ। ਮੈਨੂੰ ਐਜੇ ਬੱਚੇ ਚਾਹੀਦੇ, ਮੇਰੇ ਦਿੱਲੀ ਆ ਜਾਓ, ਆਪਾਂ ਕੰਮ ਕਰੀਏ ਇਕੱਠੇ। ਇੰਨਾ ਸੋਹਣਾ ਮੌਕਾ ਹੈ ਇੱਥੇ। ਚਲੋ give me just a sec coming back.
ਬੇਟਾ ਸਭ ਨੂੰ ਸਮਝ ਆ ਰਿਹਾ ਹੈ? Yes, ma'am. ਕੱਲ ਨੂੰ ਨਾ ਜੇ ਤੁਸੀਂ ਇੰਟਰਸਟਿਡ ਹੋਵੋਗੇ ਤਾਂ ਕੱਲ ਨੂੰ ਇੱਕ ਆਪਾਂ ਇਹ ਕੰਮ ਕਰ ਸਕਦੇ ਹਾਂ ਕਿ ਜਿਹੜੇ ਬੱਚਿਆਂ ਨੂੰ ਮਹਿੰਦੀ ਲਗਾਉਣੀ ਆਉਂਦੀ ਹੈ ਉਹ ਕੱਲ ਤੱਕ ਮਹਿੰਦੀ ਲਗਾ ਕੇ ਤੇ ਉਹ ਆਪਾਂ ਮੈਮ ਨੂੰ ਸ਼ੋ ਕਰਵਾਵਾਂਗੇ ਇਹਦੇ ਵਿੱਚ। ਕੱਲ ਦੇ ਸੈਸ਼ਨ 'ਚ ਇੱਕ ਸੈਸ਼ਨ ਆਪਾਂ ਹੋਰ ਲਗਾ ਲਾਂਗੇ, ਉਹਦੇ ਵਿੱਚ ਤੁਸੀਂ ਹੈਂਡ ਮੈਮ ਨੂੰ ਦਿਖਾਣਾ ਹੋਏਗਾ। Okay. ਇਹਨਾਂ ਨੂੰ ਇੰਟਰਸਟ ਹੈ, ਸਾਰਿਆਂ ਵਾਸਤੇ ਇੱਕ ਕੰਪਲਸਰੀ ਨਹੀਂ ਹੈ ਬੇਟਾ। ਜੇ ਕੋਈ ਲਗਾਉਣਾ ਚਾਹੁੰਦਾ ਤਾਂ ਦੱਸਣਾ, ਅਦਰਵਾइज ਕੋਈ ਜ਼ਰੂਰੀ नहीं है। सो बच्चे आ हाँ जी, देखिए, सॉरी टू इंटरप्ट यू सुरेष्टा जी। मैं बच्चे मैं आ गई हूँ अपने पॉइंट पे। सो आ मेरा कौन है, आ मेरी मेहंदी है। आप ਤੁਹਾਡਾ ਤਾਂ ਬੱਚੇ ਤੁਸੀਂ ਤਾਂ ਇੱਕ ਕੌਲੀ ਵਿੱਚ ਮਹਿੰਦੀ ਭਿਗੋਓਗੇ ਹਨਾ, ਤੋ ਸਾਡਾ ਬਲਕ ਵਿੱਚ ਕੰਮ ਹੁੰਦਾ ਹੈ, ਤਾਂ ਅਸੀਂ ਇਸ ਤਰ੍ਹਾਂ ਦੇ ਵੱਡੇ ਵੱਡੇ ਕੋਨਸ ਯੂਜ਼ ਕਰਦੇ ਹਾਂ। ਇਟ ਇਜ਼ ਅ ਬਿਗ ਕੋਨ ਜਿਹਨੂੰ ਆਪਾਂ ਕਹਿੰਦੇ ਆ। ਇਹਦੇ ਚ ਅਸੀਂ ਮਹਿੰਦੀ ਦਾ ਕੋਨ ਮਹਿੰਦੀ ਪਾ ਕੇ ਰੱਖ ਲੈਂਦੇ ਆ 100-150 ਲੇਡੀਜ਼ ਦੀ, ਔਰ ਫਿਰ ਅਸੀਂ ਉਹਨੂੰ ਫਿਲ ਕਰਦੇ ਹਾਂ ਇਸ ਤਰ੍ਹਾਂ ਅੱਗੇ ਖੋਲ ਕਰਕੇ ਛੋਟਾ ਜਿਹਾ। ਇਟਸ ਲਾਈਕ ਐਸ, ਦੇਖ ਪਾ ਰਹੇ ਹੋ? ਫਿਲ ਹੋ ਰਿਹਾ ਹੌਲੀ ਹੌਲੀ। Yes, ma'am. ठीक है? Yes, ma'am. ਇਹ ਉਹਨਾਂ ਹੀ ਫਿਲ ਕਰਨਾ ਮੈਨੂੰ ਜਿੰਨਾ ਚਾਹੀਦਾ ਹੈ। ਮੈਂ ਇਹਦਾ ਉੱਪਰਲਾ ਜਿਹੜਾ ਪੋਰਸ਼ਨ ਹੈ ਜਿੱਥੋਂ ਆਪਾਂ ਬੰਦ ਕਰੀਦਾ ਹੈ ਨਾ, ਉਹਨੂੰ ਮੈਂ ਮੂੰਹ ਨੂੰ ਖਰਾਬ ਨਹੀਂ ਕਰੂੰਗੀ, ਬਿਕੋਜ਼ ਉਸ ਮੂੰਹ ਨੂੰ ਖਰਾਬ ਕਰ ਦੋ ਨਾ ਤਾਂ ਉੱਥੇ ਟੇਪ ਲਗਾਣੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਤੁਸੀਂ ਟਿਸ਼ੂ ਯੂਜ਼ ਕਰ ਸਕਦੇ ਹੋ ਜੇ ਤੁਹਾਡੇ ਹੱਥ ਖਰਾਬ ਹੋਣ ਤਾਂ, ਔਰ ਜ਼ਰਾ ਜਿਹਾ ਇਸਨੂੰ ਨੀਟ ਵੀ ਕਰ ਸਕਦੇ ਹੋ ਥੋੜਾ ਜਿਹਾ ਲੱਗ ਜਾਏ ਤਾਂ, ਬਟ ਅੱਜ ਤੁਹਾਡਾ ਉੱਪਰਲਾ ਸਰਫੇਸ ਨਾ ਸਾਫ਼ ਹੋਣਾ ਚਾਹੀਦਾ ਹੈ। ਠੀਕ ਹੈ, ਮੈਂ ਇੰਨੀ ਕੋਨ ਭਰ ਲਈ ਹੈ। Yes, yes. ਠੀਕ ਹੈ ਬੱਚੇ? हाँ जी. ਆ ਮੈਂ ਕੋਨ ਬੰਦ ਕਰਨ ਲੱਗੀ ਆ। ਕੋਨ ਬੰਦ ਕਰਨ ਦਾ ਵੀ ਤਰੀਕਾ ਹੈ, ਬਟ ਮੈਨੂੰ ਨਹੀਂ ਪਤਾ ਮੈਂ ਇੱਥੇ ਫੋਨ ਤੇ ਤੁਹਾਨੂੰ ਕਿੰਨਾ ਕੁ ਦਿਖਾ ਪਾ ਰਹੀ ਹਾਂ। ਇਸ ਨੂੰ ਥੋੜਾ ਫ੍ਰੀ ਹੈਂਡ ਵੀ ਕੀਤਾ ਜਾ ਸਕਦਾ ਹੈ, ਥੋੜਾ ਜਿਹਾ ਆਪਾਂ ਦਿਮਾਗ ਵੀ ਲਗਾਈਏ ਤਾਂ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਬੰਦ ਕਰ ਸਕਦੇ ਹੋ। पहले टेप ले लो, पहले टेप ले लो, देन ਤੁਹਾਡਾ ਜਿਹੜਾ ਸਿਰਾ ਖੁੱਲਾ ਹੈ ਨਾ, ਇਹਦੇ ਤੇ ਤੁਸੀਂ ਸਿੱਧਾ ਟੇਪ ਲਗਾ ਦਿਓ ਤਾਂ ਕਿ ਇਹ ਮਹਿੰਦੀ ਬਾਹਰ ਨਾ ਆਏ। ਫਰਸਟ ਲੈਵਲ ਤੇ ਇਹੀ ਕੰਮ ਕਰਨਾ ਹੈ। ਠੀਕ ਹੈ ਜੀ? ਆ ਹੁਣ ਤੁਹਾਡਾ ਕੋਨ ਬੰਦ ਹੋ ਗਿਆ। ਇਹ ਹੁਣ ਇਹ ਡਿੱਗੇਗਾ ਨਹੀਂ। ਆਰ ਯੂ ਗੈਟਿੰਗ ਮਾਈ ਪੁਆਇੰਟ? ਤੁਹਾਨੂੰ ਸਾਰਿਆਂ ਨੂੰ ਸਮਝ ਆ ਰਹੀ ਹੈ? Yes, ma'am. ਹੁਣ ਪਹਿਲੇ ਪੁਆਇੰਟ ਜਿਹੜਾ ਮੈਂ ਲਗਾਇਆ ਹੈ ਨਾ ਟੇਪ, ਉਹਦੇ ਨਾਲ ਕੀ ਹੈ ਕਿ ਤੁਸੀਂ ਸੇਫ ਸਾਈਡ ਹੋ, ਨਾ 에ਅਰ ਬਾਹਰ ਆ ਰਹੀ ਹੈ ਤੇ ਨਾ 에ਅਰ ਜਾ ਰਹੀ ਹੈ, ਮਹਿੰਦੀ ਆਪਦੇ ਅੰਦਰ ਸੇਫ ਹੈ। ਰਾਈਟ? ਹੁਣ ਤੁਸੀਂ ਇਸ ਨੂੰ ਫ੍ਰੀ ਹੈਂਡ ਨਾਲ ਉੱਤੋਂ ਬੰਦ ਕਰ ਸਕਦੇ ਹੋ, ਜਾਂ ਮੈਂ YouTube ਤੇ ਦੁਆਰਾ ਇੱਕ ਵੀਡੀਓ ਅੱਛਾ ਜਿਹਾ ਪਾਉਂਗੀ ਤਾਂ ਕਿ ਉਹਦੇ ਤੁਹਾਨੂੰ ਮੈਂ ਬਹੁਤ ਅੱਛੇ ਪ੍ਰੋਫੈਸ਼ਨਲ ਤਰੀਕੇ ਨਾਲ ਦਿਖਾ ਸਕਾਂ ਕਿ ਮੈਂ ਇਸ ਨੂੰ ਕਿਸ ਤਰ੍ਹਾਂ ਬਹੁਤ ਅੱਛੇ ਤਰੀਕੇ ਨਾਲ ਬੰਦ ਕਰਦੀ ਹਾਂ। ਕੋਨ ਨੂੰ ਬੰਦ ਕਰਨਾ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜੇ ਤੁਸੀਂ ਇਹਨੂੰ ਨਹੀਂ ਕਰੋਗੇ ਨਾ ਸਹੀ ਤਰ੍ਹਾਂ ਬੰਦ ਟੇਪ ਲਗਾ ਕੇ, ਤਾਂ ਇਹ ਜਦੋਂ ਤੁਸੀਂ ਮਹਿੰਦੀ ਲਗਾਓਗੇ ਤਾਂ ਉਦੋਂ ਇਹ ਫਟ ਜਾਏਗੀ, ਖੁੱਲ ਜਾਏਗੀ। ਔਰ ਇੱਕ ਗੱਲ ਯਾਦ ਰੱਖਣਾ ਬੱਚੇ, ਜੇ ਤੁਹਾਡੀ ਕਲਮ ਅੱਛੀ ਨਹੀਂ ਨਾ, ਤੁਹਾਡਾ ਪੈਨ ਅੱਛਾ ਨਹੀਂ, ਤੁਸੀਂ ਚੰਗੀ ਲਿਖਾਈ ਨਹੀਂ ਲਿਖ ਸਕਦੇ। ਇਹ ਰੂਲ ਹੈ, ਥੰਬ ਰੂਲ ਹੈ। ਤਾਂ ਤੁਹਾਡੀ ਜੋ ਪੈਨਸਿਲ ਹੈ, ਮਤਲਬ ਤੁਹਾਡਾ ਕੋਨ ਹੈ, ਉਹ ਬਹੁਤ ਅੱਛਾ ਹੋਣਾ ਚਾਹੀਦਾ ਹੈ। ਉਹ ਬਹੁਤ ਹੀ ਅੱਛੇ ਤਰੀਕੇ ਨਾਲ ਹੋਣਾ ਚਾਹੀਦਾ ਹੈ, ਔਰ ਉਹਨੂੰ ਬਹੁਤ ਨੀਟ ਤਰੀਕੇ ਨਾਲ ਬਣਾਓ। ਇਹ ਨਹੀਂ ਕਿ ਲਿਬੜੀ ਤਿਬੜੀ ਜੀ ਬਹੁਤ ਹੀ ਗੰਦੀ ਵਾਲੀ ਕੋਨ ਬਣ ਗਈ ਹੈ, ਥਾਂ ਥਾਂ ਤੇ ਮਹਿੰਦੀ ਲੱਗੀ ਹੈ, ਹੱਥ ਪਹਿਲੇ ਲਿਬੜੇ ਹੋਏ ਹੈ। ਔਰ ਟਰਾਈ ਕਿ ਆਰਟਿਸਟ ਇੱਕ ਐਜਾ ਬੱਚਾ, ਆਰਟਿਸਟ ਦੀ ਪਹਿਚਾਨ ਉਹ ਹੈ ਕਿ ਇਹ ਨਹੀਂ ਕਿ ਹੱਥ ਆਪਣੇ ਲਿਬੜੇ ਹੋਏ ਹੈ ਮਹਿੰਦੀ ਨਾਲ। ਨੋ, ਸੀ ਮਾਈ ਹੈਂਡਸ ਆਲਵੇਜ਼ ਨੀਟ। ਮੈਂ ਇਹ ਨਹੀਂ ਕਿ ਮੈਂ ਮਹਿੰਦੀ ਲਗਾਨੀ ਤਾਂ ਮੇਰੇ ਹੱਥ ਗੰਦੇ ਗੰਦੇ ਰਹਿੰਦੇ। ਨੋ ਨੈਵਰ। ਆਈ ਆਲਵੇਜ਼ ਟੇਕ ਕੇਅਰ ਆਫ ਹਾਈਜੀਨ ਐਂਡ ਕਲੀਨਿਨੈਸ। ਮੈਂ ਸਾਫ ਸਫਾਈ ਦਾ ਬਹੁਤ ਧਿਆਨ ਰੱਖਦੀ ਹਾਂ। ਠੀਕ ਹੈ? ਸੈਸ਼ਨ ਇਜ਼ ਗੋਇੰਗ ਟੂ ਨਾਓ ਕਲੋਜ਼ ਨਾਓ, ਖਤਮ ਹੋਣ ਵਾਲਾ ਹੈ ਤੇ ਨਾਲ ਦੀ ਨਾਲ ਜੁਆਇਨ ਕਰ ਲੈਣਾ ਬੇਟਾ ਸਭ ਨੇ। Okay, ma'am. मैम आज ही ज्वाइन करना है। ਮੀਟਿੰਗ ਬਹੁਤ ਚੱਲ ਰਹੀ ਹੈ, ਉਹ ਬੱਚਿਆਂ ਦੇ ਮੈਸੇਜ ਆ ਰਹੇ, ਨਹੀਂ ਤਾਂ ਉਹ ਜੁਆਇਨ ਕਰ ਜਾਣਗੇ ਫਿਰ। ਹੁਣ लोकेश जी एक प्लेट दे देंगे? प्लेट? ਹਾਂਜੀ ਸ਼ੈਲੀ ਜੀ ਤੁਸੀਂ ਕੰਟੀਨਿਊ ਰੱਖੋ, ਜਦੋਂ ਹੀ ਹੋ ਗਿਆ ਉਦੋਂ ਛੱਡ ਦੇਣਾ। तो बच्चों मेरा मेहंदी का कोन तैयार है।
ਔਰ ਮੈਂ ਇਸ ਕੋਨ ਨੂੰ ਇਸ ਤਰ੍ਹਾਂ ਪ੍ਰਿਪੇਅਰ ਕੀਤਾ ਹੈ ਕਿ ਜੋ ਇਸ ਦਾ ਸੁਰਾਖ ਹੈ ਨਾ ਉਹ ਮੈਨੂੰ ਅੱਗੋਂ ਕੱਟਣਾ ਨਾ ਪਵੇ। ਪਤਾ ਨਹੀਂ ਤੁਹਾਨੂੰ ਇਹ ਗੱਲ ਸਮਝ ਆ ਰਹੀ ਹੈ ਕਿ ਨਹੀਂ? ਦੇਖੋ ਧਿਆਨ ਨਾਲ, ਜੇ ਮੈਂ ਕੈਮਰੇ ਤੇ ਹੋਰ ਜ਼ੂਮ ਕਰਕੇ ਦਿਖਾ ਰਹੀ ਹਾਂ, ਆ ਦੇਖੋ ਮੇਰੀ ਤਾਰ ਆਪਣੇ ਆਪ ਨਿਕਲ ਰਹੀ ਹੈ, ਮੈਂ ਕੈਂਚੀ ਯੂਜ਼ ਨਹੀਂ ਕੀਤੀ। ਹਾਂਜੀ ਰਾਈਟ, ਮੈਂ ਕੈਂਚੀ ਯੂਜ਼ ਨਹੀਂ ਕੀਤੀ। ਅੱਛੀ ਕੋਨ ਬਣਾਉਣ ਦਾ ਤਰੀਕਾ ਇਹ ਹੈ ਕਿ ਤੁਸੀਂ ਕੈਂਚੀ ਯੂਜ਼ ਨਹੀਂ ਕਰਨੀ। ਤੁਸੀਂ ਜਦੋਂ ਕੋਨ ਬਣਾਉਂਦੇ ਹੋ ਉਹਦਾ ਸੁਰਾਖ ਇੰਨਾ ਕੁ ਸਹੀ ਰੱਖੋ। ਅਸੀਂ 2-3 ਤਰ੍ਹਾਂ ਦੀਆਂ ਕੋਨਸ ਬਣਾਉਂਦੇ, ਮੈਂ ਪਹਿਲੇ ਵੀ ਆਖਿਆ ਸੀ ਤੁਹਾਨੂੰ। ਸੋ ਇਹ ਦਸ ਮੈਂ ਇੱਕ ਕੋਨ ਬਣਾ ਲਿਆ ਹੈ ਔਰ ਮੈਂ ਇਸ ਤੇ ਕੈਂਚੀ ਨਹੀਂ ਲਗਾਈ, ਕਿਉਂਕਿ ਮੈਂ ਸ਼ੁਰੂ ਚ ਮੈਂ ਬਹੁਤ ਕੈਂਚੀ ਲਗਾਉਂਦੀ ਸੀ, ਤਾਂ ਜਦੋਂ ਆਪਾਂ ਡਿਜ਼ਾਈਨ ਬਣਾਉਂਦੇ ਆ ਨਾ ਫਿਨਿਸ਼ਿੰਗ ਨਹੀਂ ਆਉਂਦੀ। ਰਾਈਟ, ਉਹ ਕਦੇ ਮੋਟਾ ਖੜੀ ਜਾਂਦਾ ਹੈ, ਕਦੇ ਛੋਟਾ, ਕਦੇ ਕੁਝ ਕਦੇ ਕੁਝ। ਉਸ ਜਦੋਂ ਬਲੇਡ ਦਾ ਰੇਜ਼ਰ ਲੱਗ ਜਾਂਦਾ ਨਾ ਇਸ ਕੋਨ ਦੇ ਪੁਆਇੰਟ ਤੇ, ਉਹ ਲੈਵਲ ਜਿਹੜਾ ਨਾ ਮਹਿੰਦੀ ਦੀ ਫਿਨਿਸ਼ਿੰਗ ਦਾ ਉਹ ਖਤਮ ਹੋ ਜਾਂਦਾ। ਇਹ ਚੀਜ਼ ਮੈਂ ਆਪਣੇ ਐਕਸਪੀਰੀਅੰਸ ਨਾਲ ਸਮਝੀ ਹੈ, ਤੁਹਾਨੂੰ ਮੈਂ ਆਪਣੀ ਜ਼ੁਬਾਨ ਨਾਲ ਦੇ ਰਹੀ ਹਾਂ। ਬਹੁਤ ਹੀ